बनना ही बंद हो गया ड्यू टू सम रीजन, तो ਉਹਦੇ ਮੂੰਹ 'ਚ ਵੀ ਫੁੱਲ ਸਮੈਲਿੰਗ ਬਹੁਤ ਹੋਏਗੀ ਕਿਉਂਕਿ ਬੈਕਟੀਰੀਆ ਬਹੁਤ ਜਲਦੀ ਫੈਲਦਾ ਜਿੱਥੇ। ਅੱਛਾ ਡਾਕਟਰ ਸਾਹਿਬ, ਅੱਜ ਕੱਲ੍ਹ ਆਇਲ ਪੁਲਿੰਗ ਮਤਲਬ ਮੂੰਹ ਦੇ ਵਿੱਚ ਇੱਕ ਚਮਚਾ ਆਇਲ ਦਾ ਪਾ ਕੇ ਉਹਦੀਆਂ ਕਰੂਲੀਆਂ ਵੀ ਕੀਤੀਆਂ ਜਾਂਦੀਆਂ ਨੇ ਸਵੇਰੇ ਸਵੇਰੇ, ਉਹ ਕੀ ਕਾਰਨ ਹੁੰਦਾ? ਉਹਦੇ ਵਿੱਚ ਦੇਖੋ ਕਿ ਉਹਦੇ ਇਹ ਸੌਫਟ ਆ ਕਿ ਇਹ ਤੁਹਾਡਾ ਮੀਡੀਅਮ ਆ ਕਿ ਹਾਰਡ ਨਹੀਂ ਯੂਜ਼ ਕਰਨਾ। ਬ੍ਰਸ਼ ਦੇ ਨਾਲ ਜ਼ਰੂਰੀ ਇਹ ਵੀ ਹੁੰਦਾ ਕਿ ਤੁਸੀਂ ਪੇਸਟ ਕਿਹੜਾ ਯੂਜ਼ ਕਰ ਰਹੇ ਹੋ। ਇੱਥੇ ਸਾਡੀਆਂ ਥੁੱਕ ਦੀ ਜਿਹੜੀਆਂ ਜਿਹੜੇ ਡਕਟ ਆ ਜਿੱਥੋਂ ਥੁੱਕ ਆਉਂਦਾ ਇਹ ਨਿਕਲਦਾ, ਔਰ ਸਾਡੇ ਥੁੱਕ ਵਿੱਚ ਬਹੁਤ ਸਾਰੇ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਆ ਚੀਜ਼ਾਂ ਹੁੰਦੀਆਂ ਜਿਹੜਾ ਕਿ ਅਗਰ ਉਹਨੂੰ ਪ੍ਰੋਪਰ ਕਲੀਨ ਨਹੀਂ ਕੀਤਾ ਜਾਵੇ ਤਾਂ ਉਹੀ ਕੱਲ ਕਰੇੜਾ ਬਣਦਾ। ਤੇ ਅਗਰ ਮੈਂ ਜ਼ੋਰ ਦੀ ਚੂਸਦਾ ਆਪਣੇ ਗਮਸ ਨੂੰ ਸਕ ਕਰਦਾ ਤੇ ਅਗਰ ਮੈਂ ਸਪਿਟ ਕਰਦਾ ਉਹਦੇ ਵਿੱਚ ਖੂਨ ਆਉਂਦਾ, ਇਹ ਤੁਹਾਡੀ ਇੰਡੀਕੇਸ਼ਨਸ ਆ ਕਿ ਇਹ ਟਾਈਮ ਹੈਗਾ ਤੁਸੀਂ ਜਾ ਕੇ ਡਾਕਟਰ ਨਾਲ ਇਮੀਡੀਏਟਲੀ ਮਿਲੋ। ਬਾਕੀ ਫਲੋਸਿੰਗ ਅਗਰ ਪ੍ਰੋਪਰ ਹੈ, ਪੇਸ਼ੈਂਟ ਦੀ ਮਾਊਥ ਵਾਸ਼ ਪ੍ਰੋਪਰ ਕਰ ਲਿਆ, ਰਾਤ ਨੂੰ ਸੌਣ ਲੱਗੇ ਬ੍ਰਸ਼ ਪ੍ਰੋਪਰਲੀ ਕਰ ਰਿਹਾ। ਕਈ ਲੋਕ ਫਾਰਮੈਲਿਟੀ ਕਰਦੇ ਆ, ਬ੍ਰਸ਼ ਲੈ ਕੇ ਬਸ ਘੁਮਾ ਲਿਆ ਮੂੰਹ 'ਚ, ਬਸ ਹੋ ਗਿਆ ਬ੍ਰਸ਼ਿੰਗ ਹੋ ਗਈ, ਠੀਕ ਹੈ, ਲੇਕਿਨ ਇੱਦਾਂ ਨਹੀਂ ਹੈ। ਉਹਦੇ ਲਈ ਤੁਹਾਨੂੰ ਪ੍ਰੋਪਰ ਤੁਹਾਨੂੰ ਜਾਣਨਾ ਚਾਹੀਦਾ ਕਿ ਬ੍ਰਸ਼ ਆਪਾਂ ਕਿੱਦਾਂ ਕਰਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਅੱਜ ਇਹ ਮੰਡੇ ਤੇ ਦਫ਼ਤਰ ਦਾ ਕੰਮ ਵੀ ਨਾਲੋਂ ਨਾਲ ਹੋ ਰਿਹਾ ਤੇ ਮੇਰਾ ਨਿੱਜੀ ਕੰਮ ਵੀ ਜਿਹੜਾ ਹੈ ਨਾ ਉਹ ਮੈਂ ਨਾਲ ਕਰ ਰਿਹਾ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਨਿੱਜੀ ਕੰਮ ਕਿੱਦਾਂ। ਮੈਂ ਆਇਆ ਡੈਂਟਲ ਤੋਂ, ਯਾਨੀ ਕਿ ਡੈਂਟਿਸਟ ਡਾਕਟਰ ਤੋਂ, ਡੈਂਟਲ ਸਪੈਸ਼ਲਿਸਟ ਤੋਂ ਆਇਆ ਹਾਂ, ਕਿਉਂਕਿ ਮੈਂ ਕਰਾਉਣੀ ਆ ਸਕੇਲਿੰਗ, ਦੰਦਾਂ ਦੀ ਸਫਾਈ ਕਰਾਉਣੀ ਆ। ਸੋ ਬਹੁਤ ਸਾਰੇ ਸਵਾਲ ਮੇਰੇ ਦਿਮਾਗ 'ਚ ਵੀ ਹੈ ਕਿ ਦੰਦਾਂ ਦੀ ਕੇਅਰ ਕਿੱਦਾਂ ਕਰਨੀ ਆ, ਕਿਸ ਤਰੀਕੇ ਨਾਲ ਕਰਨੀ ਆ। ਜਿਵੇਂ ਜਿਵੇਂ ਮੇਰੀ ਸਕੇਲਿੰਗ ਹੋਏਗੀ, ਸਫਾਈ ਹੋਊਗੀ, ਉਹਦੇ ਨਾਲ ਆਪਾਂ ਡਾਕਟਰ ਸਾਹਿਬ ਦੇ ਨਾਲ ਇੰਟਰਵਿਊ ਵੀ ਕਰਾਂਗੇ ਤੇ ਗੱਲਾਂ ਬਾਤਾਂ ਵੀ ਕਰਾਂਗੇ। ਸੋ ਚੱਲਦੇ ਹਾਂ, ਦੇਖਦੇ ਹਾਂ ਕਿਵੇਂ ਹੁੰਦੀ ਹੈ ਸਕੇਲਿੰਗ। ਇਹ ਹੈ ਕਲੀਨਿਕ ਬੇਸਿਕਲੀ, ਔਰ ਰਿਸੈਪਸ਼ਨ ਏਰੀਆ। ਮੇਰੀ ਅਪਾਇੰਟਮੈਂਟ ਪਹਿਲਾਂ ਹੋ ਰੱਖੀ ਆ, ਔਰ ਹਰ ਚੀਜ਼ ਜਿਹੜੀ ਹੈ ਨਾ ਡਾਕਟਰਾਂ ਦਾ ਹੁੰਦਾ ਹੀ ਹਿਸਾਬ ਹੈ ਕਿ ਮਿਲਦੀ ਜੁਲਦੀ ਰੱਖੀ ਜਾਵੇ ਤਾਂ ਜੋ ਪਤਾ ਲੱਗ ਜਾਏ ਕਿ ਡਾਕਟਰ ਕਿਹੜੀ ਬਿਮਾਰੀ ਦਾ ਹੈ। ਸੋ ਰਿਸੈਪਸ਼ਨ ਏਰੀਆ ਤੁਸੀਂ ਦੇਖ ਸਕਦੇ ਹੋ, ਸਾਰਾ ਰਿਸੈਪਸ਼ਨ ਏਰੀਆ ਹੈ। ਸੋ ਚੱਲਦੇ ਹਾਂ ਡਾਕਟਰ ਸਾਹਿਬ ਦੇ ਕੋਲ। ਕੀ ਗੱਲ ਹੈ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਅਪਾਇੰਟਮੈਂਟ ਦੇ ਲਈ ਤੇ ਇੰਟਰਵਿਊ ਦੇ ਲਈ ਵੀ। ਥੈਂਕ ਯੂ। ਅੱਛਾ, ਬੇਸਿਕਲ ਪ੍ਰੋਬਲਮ ਮੈਂ ਸਾਰਿਆਂ ਨੂੰ ਦੱਸ ਰਿਹਾ ਸੀ ਕਿ ਮੈਂ ਸਕੇਲਿੰਗ ਲਈ ਆਇਆ, ਸਫਾਈ ਦੇ ਲਈ ਆਇਆ ਹਾਂ। ਜਦੋਂ ਆਪਾਂ ਦੰਦਾਂ ਦੀ ਕੇਅਰ ਦੀ ਗੱਲ ਕਰਦੇ ਹਾਂ ਤੇ ਸੀਜ਼ਨ ਹੈ, ਕਿਉਂਕਿ ਕਈ ਵਾਰ ਦੇਖਿਆ ਨਾ ਕਿ ਹੁਣ ਅੱਜ ਕੱਲ੍ਹ ਸੇਬ ਵੀ ਆ ਗਏ ਆ ਤੇ ਸੇਬ ਦੇ ਉੱਤੇ ਦੰਦੀ ਵੱਢੋ ਤੇ ਬਾਈਟ ਕਰੋ ਤੇ ਨਾਲ ਕਈਆਂ ਦੇ ਨਾ ਖੂਨ ਆਉਂਦਾ ਆ। ਇਹਦਾ ਰੀਜ਼ਨ ਕੀ ਹੁੰਦਾ ਡਾਕਟਰ ਸਾਹਿਬ? ਹਾਂ, ਪਹਿਲਾਂ ਵੈਲਕਮ। ਪਹਿਲਾਂ ਤਾਂ ਤੁਹਾਨੂੰ ਪਹਿਲੀ ਗੱਲ ਇਹ ਆ ਕਿ ਦੇਖੋ ਇੱਦਾਂ ਆ ਕਿ ਜਦੋਂ ਵੀ ਆਪਾਂ ਕੋਈ ਰੋ ਜਿੱਦਾਂ ਜਿੱਦਾਂ ਫਰੈਸ਼ ਐਪਲ ਆ, ਜਦੋਂ ਉਹਨੂੰ ਆਪਾਂ ਬਾਈਟ ਕਰਦੇ ਹਾਂ ਉਹਨੂੰ ਆਪਾਂ ਇੱਦਾਂ ਮੰਨ ਸਕਦੇ ਕਿ ਇੱਕ ਐਗਜ਼ਾਮੀਨੇਸ਼ਨ ਹੈ ਤੁਹਾਡੇ ਗਮਸ ਦਾ। ਇਫ ਦੇ ਆਰ ਲੂਜ਼ਨ, ਅਗਰ ਉਹਦੇ ਵਿੱਚ ਕਿਤੇ ਵੀ ਪ੍ਰੋਬਲਮ ਹੈਗੀ ਆ, ਤੁਸੀਂ ਜਦੋਂ ਬਾਈਟ ਕਰੋਗੇ ਤੁਹਾਨੂੰ ਹਲਕੀ ਜਿਹੀ ਪੇਨ ਹੋਏਗੀ। ਹੋਰ ਅਗਰ ਤੁਸੀਂ ਫੋਰਸਫੁਲੀ ਬਾਈਟ ਕਰਦੇ ਹੋ ਤੇ ਤੁਹਾਡੀ ਬਾਈਟ ਦੇ ਨਾਲ ਇੱਕ ਰੈੱਡ ਸਪੌਟਸ ਆਉਂਦੇ ਆ ਬਲੱਡ ਦੇ, ਜਿਹੜਾ ਕਿ ਇੱਕ ਸਾਈਨ ਆ ਤੁਹਾਡੇ ਗਮਸ ਜਿਹੜੇ ਲੂਜ਼ ਹੋ ਚੁੱਕੇ ਆ। ਉਹ ਜਿਹੜਾ ਬਾਈਟ ਕਰਨ ਦਾ ਫੋਰਸ ਆ ਉਹ ਸਹਿ ਨਹੀਂ ਪਾ ਰਹੇ, ਔਰ ਇਹਦੇ ਕਰਕੇ ਉੱਥੋਂ ਉਹ ਲੂਜ਼ ਹੋਣ ਕਰਕੇ ਉੱਥੇ ਬਲੀਡਿੰਗ ਹੋ ਰਹੀ ਆ। ਇਹ ਇੱਕ ਇੰਡੀਕੇਸ਼ਨ ਆ, ਫਸਟ ਇੰਡੀਕੇਸ਼ਨ ਹੈ ਕਿ ਤੁਹਾਡੇ ਗਮਸ ਦੀ ਪ੍ਰਾਇਮਰੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਖਰਾਬ ਹੋ ਰਹੀ ਆ। ਹੁਣ ਤੁਸੀਂ ਇਹਨੂੰ ਇਸੇ ਟਾਈਮ ਇਹਦੀ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਆ, ਅਦਰਵਾਈਜ਼ ਇਹ ਕੱਲ੍ਹ ਡਿਟੋਰੇਟ ਹੋ ਕੇ ਵੱਡੀ ਪ੍ਰੋਬਲਮ ਬਣ ਸਕਦੀ ਹੈ। ਅੱਛਾ, ਚਲੋ ਆਪਾਂ ਪਹਿਲਾਂ ਬੈਠ ਲਈਏ। ਮੈਨੂੰ ਲੱਗਦਾ ਕਿ ਬਹੁਤ ਸਾਰੇ ਸਵਾਲ ਮੇਰੇ ਵੀ ਆ, ਦੇਖਣ ਵਾਲਿਆਂ ਦੇ ਵੀ ਆ, ਐਡਜਸਟ ਕਰਨਾ ਪੈਣਾ ਸਾਨੂੰ ਸਾਰਿਆਂ ਨੂੰ। ਹਾਂ। ਅੱਛਾ, ਜਦੋਂ ਹੁਣ ਆਪਾਂ ਕਹਿੰਦੇ ਆ ਕਿ ਦੰਦਾਂ 'ਚੋਂ ਖੂਨ ਆਉਣ ਲੱਗ ਪਿਆ ਨਾ, ਕਈ ਵਾਰੀ ਇੱਦਾਂ ਹੀ ਬਰਸ਼ ਕਰਦੇ ਕਰਦੇ ਵੀ ਨਾ, ਕਈ ਵਾਰ ਜਦੋਂ ਤੁਸੀਂ ਸਪਿਟ ਕਰਦੇ ਹੋ ਤਾਂ ਉਦੋਂ ਵੀ ਖੂਨ ਆਉਂਦਾ, ਉਹ ਵੀ ਸੇਮ ਪ੍ਰੋਬਲਮ ਹੁੰਦੀ, ਗਮ ਹੁੰਦੇ ਆ? ਦੇਖੋ, ਅਗਰ ਆਪਾਂ ਗਮ ਪ੍ਰੋਬਲਮ ਨੂੰ ਅਗਰ ਆਪਾਂ ਕਿਹਾ ਜਾਵੇ ਮੂੰਹ ਦੇ ਵਿੱਚ ਜਿਹੜੇ ਬੇਸਿਕਸ ਪ੍ਰੋਬਲਮ ਦੋ ਹੀ ਹੁੰਦੀਆਂ, ਇੱਕ ਗਮ ਪ੍ਰੋਬਲਮ, ਇੱਕ ਟੂਥ ਪ੍ਰੋਬਲਮ। ਅਤੇ ਤੁਸੀਂ ਜਿੱਦਾਂ ਗਮਸ ਦੀ ਗੱਲ ਕੀਤੀ, ਗਮਸ ਵਿੱਚ ਅਗਰ ਬਲੀਡਿੰਗ ਗਮ ਹੋ ਰਹੀ ਆ, ਪੇਸ਼ੈਂਟ ਕਈ ਵਾਰ ਬਰਸ਼ ਕਰਦਾ ਹੈ ਅਤੇ ਕੰਪਲੇਂਟ ਕਰਦਾ ਹੈ ਕਿ ਮੇਰੇ ਜਿੱਦਾਂ ਹੀ ਮੈਂ ਕੁੱਲਾ ਕਰਦਾ ਅਤੇ ਉਹਦੇ ਵਿੱਚ ਨਾਲ ਬਲੀਡ ਆਉਂਦਾ ਹੈ, ਜਾਂ ਕੋਈ ਹਾਰਡ ਚੀਜ਼ ਖਾਂਦਾ, ਐਪਲ ਵਗੈਰਾ ਖਾਂਦਾ, ਉਹਦੇ ਬਲੀਡ ਹੁੰਦਾ ਹੈ। ਅਤੇ ਅਗਰ ਮੈਂ ਜ਼ੋਰ ਦੀ ਚੂਸਦਾ ਆਪਣੇ ਗਮਸ ਨੂੰ ਸਕ ਕਰਦਾ ਅਤੇ ਅਗਰ ਮੈਂ ਸਪਿਟ ਕਰਦਾ ਉਹਦੇ ਵਿੱਚ ਖੂਨ ਆਉਂਦਾ, ਇਹ ਤੁਹਾਡੀ ਇੰਡੀਕੇਸ਼ਨਸ ਆ ਕਿ ਇਹ ਟਾਈਮ ਹੈਗਾ ਤੁਸੀਂ ਜਾ ਕੇ ਡਾਕਟਰ ਨਾਲ ਇਮੀਡੀਏਟਲੀ ਮਿਲੋ। ਦੀਜ਼ ਆਰ ਦਾ ਸਾਇੰਸ ਜਿਹੜੇ ਕਿ ਅਗਰ ਹੁਣੇ ਆਪਾਂ ਕੇਅਰ ਕਰ ਲਈਏ ਤਾਂ ਠੀਕ ਹੋ ਜਾਏਗਾ। ਇਹ ਰਿਵਰਸੀਬਲ ਕੰਡੀਸ਼ਨ ਹੈ। ਜਿਹੜੀ ਬਾਅਦ ਵਾਲੀਆਂ ਕੰਡੀਸ਼ਨਸ ਹੁੰਦੀਆਂ ਉਹ ਇਰੀਵਰਸੀਬਲ ਹੁੰਦੀਆਂ, ਉਹ ਤੁਸੀਂ ਇਹਨੂੰ ਠੀਕ ਨਹੀਂ ਕਰ ਸਕਦੇ।
ਤੇ ਦਿਸ ਇਜ਼ ਦਾ ਸਭ ਤੋਂ ਇੱਕ ਇਹ ਸਭ ਤੋਂ ਸਾਈਨ ਇਹ ਹੁੰਦਾ ਕਿ ਆਪ ਇਹ ਰਿਵਰਸਿਬਲ ਸਾਈਨ ਹੈ, ਇਹਨੂੰ ਅਗਰ ਟੇਕ ਕੇਅਰ ਕੀਤਾ ਜਾਵੇ, ਟ੍ਰੀਟਮੈਂਟ ਪ੍ਰੋਪਰ ਕੀਤਾ ਜਾਵੇ ਤੇ ਬਿਲਕੁਲ ਠੀਕ ਹੋ ਜਾਏਗਾ 100%। ਅੱਛਾ, ਤਾਂ ਰੀਜ਼ਨ ਮਤਲਬ ਕਿੱਦਾਂ ਠੀਕ ਕੀਤਾ ਜਾ ਸਕਦਾ? ਕਈ ਵਾਰੀ ਹੁੰਦਾ ਨਾ ਕਿ ਅਸੀਂ ਘਰੇਲੂ ਉਪਚਾਰ ਵੀ ਕਰ ਲੈਂਦੇ ਹਾਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਰਿਵਰਸੇਬਲ ਹੈ। ਜੇ ਰਿਵਰਸੇਬਲ ਹੈ ਤਾਂ ਮੇਰੇ ਖਿਆਲ ਨਾਲ ਕੁਦਰਤ ਦੇ ਕੋਲ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਕੁਦਰੀ ਜਿੱਦਾਂ ਬਾਈ ਨੇਚਰ ਜਿਹੜੇ ਸਾਡੇ ਪੁਰਾਣੇ ਜ਼ਮਾਨੇ 'ਚ ਸਾਡੇ ਉਹ ਹੁੰਦੇ ਸੀ, ਘਰੇਲੂ ਇਲਾਜ ਹੁੰਦੇ ਸੀਗੇ, ਚਲੋ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਕਿ ਫਿਟਕਰੀ ਨਾਲ ਕਰ ਦਿੰਦੇ ਸੀਗੇ, ਨਮਕ ਦੇ ਨਾਲ ਕਰ ਦਿੰਦੇ ਸੀਗੇ, ਨਮਕ ਪਾਣੀ ਨਾਲ ਕੁੱਲਾ ਕਰਦੇ ਸੀਗੇ, ਜਾਂ ਨਮਕ ਨਾਲ ਮਸਾਜ ਕਰਦੇ ਸੀਗੇ। ਬੇਸਿਕਲੀ ਕੀ ਹੈ, ਨਮਕ ਕੀ ਆ, ਔਰ ਜਿਹੜਾ ਇੱਥੇ ਸੋਡੀਅਮ ਕਲੋਰਾਈਡ ਇਸ ਇੱਕ ਕਿਸਮ ਦਾ ਇਹ ਕਹਿ ਲਓ ਬੈਕਟੀਰੀਓਸਟੇਟਿਕ ਆ, ਤੇ ਇਨਫਲਾਮੇਸ਼ਨ ਨੂੰ ਰੋਕਦਾ ਹੈ, ਠੀਕ ਹੈ, ਡਿਊ ਟੂ ਸੋਡੀਅਮ ਕਲੋਰਾਈਡ। ਇਹਦਾ ਇੱਕ ਪ੍ਰੋਪਰਟੀਜ਼ ਆ। ਬਾਕੀ ਫਿਟਕਰੀ ਹੋ ਗਿਆ, ਦੈਟ ਇਜ਼ ਆਲਸੋ ਬੈਕਟੀਰੀਓਸਟੇਟਿਕ, ਇੱਕ ਘਰੇਲੂ ਇਲਾਜ ਆ। ਲੇਕਿਨ ਇਹ ਤੁਸੀਂ ਸਿੰਪਟਮ ਜਿਹੜੇ ਹੈਗੇ ਉਹਨੂੰ ਥੋੜ੍ਹਾ ਤੁਸੀਂ ਸਬ ਡਾਊਨ ਕਰ ਸਕਦੇ ਹੋ, ਲੇਕਿਨ ਜਿਹੜਾ ਇਲਾਜ ਆ ਉਹ ਬੇਸਿਕਲੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜੇ ਗਮਸ ਹੈਗੇ ਉਹ ਲੂਜ਼ ਤੱਕ ਕਿਉਂ ਹੋਏ ਆ, ਕਿਉਂਕਿ ਉਹਨਾਂ ਦੇ ਅੰਦਰ ਗਮਸ ਤੇ ਹੋਰ ਟੂਥ ਦੇ ਅੰਦਰ ਸਾਡੀ ਜਿਹੜਾ ਪਲਾਕ ਹੁੰਦਾ ਹੈ, ਪਲਾਕ ਇਜ਼ ਜਿਹਨੂੰ ਕਹਿ ਲਈਏ ਕਿ ਇੱਕ ਬਾਇਓਫਿਲਮ ਹੁੰਦੀ ਆ, ਜਿਹਨੂੰ ਕਹਿੰਦੇ ਕਿ ਫੂਡ ਦੇ ਨਾਲ ਇੱਕ ਬੈਕਟੀਰੀਆ ਮਿਲ ਕੇ ਇੱਕ ਫਿਲਮ ਬਣਾ ਲੈਂਦਾ ਹੈ, ਐਂਡ ਦੈਟ ਐਕਟਸ ਲਾਈਕ ਅ ਸੈਪਰੇਟਿੰਗ ਮੀਡੀਆ ਬਿਟਵੀਨ ਯੋਰ ਟੂਥ ਐਂਡ ਗਮਸ। ਅੱਛਾ, ਪਲਾਕ ਮਤਲਬ ਕਰੇੜਾ ਤਾਂ ਨਹੀਂ, ਯੈਲੋਇਸ਼ ਤਾਂ ਨਹੀਂ? ਜਿਹੜਾ ਇਜ਼ ਏ ਲੇਟਰ ਸਟੇਜ। ਉਹੀ ਪਲਾਕ ਨੂੰ ਅਗਰ ਤੁਸੀਂ ਕਲੀਨ ਪ੍ਰੋਪਰ ਕਰ ਲਿੱਤਾ ਜਾਵੇ ਤੇ ਉਹ ਕਰੇੜਾ ਕਦੀ ਬਣੇਗਾ ਹੀ ਨਹੀਂ। ਹੁਣ ਇੱਕ ਲੇਅਰ ਬਣੀ ਆ ਪਲਾਕ ਦੀ, ਦੂਜੀ ਲੇਅਰ ਬਣੀ ਹੈ, ਤੀਜੀ ਲੇਅਰ ਬਣੀ ਹੈ, ਉਹ ਕੱਲ ਉਹ ਕੈਲਸੀਫਿਕੇਸ਼ਨ ਹੋ ਕੇ ਉਹੀ ਪਲਾਕ ਜਿਹਨੂੰ ਕਰੇੜਾ ਕਹਿੰਦੇ ਆ, ਦਾ ਕੈਲਕੂਲਸ ਜਿਹਨੂੰ ਕਹਿੰਦੇ ਆ, ਯਾ that is very dangerous। ਅੱਛਾ, ਉਹ ਕਿਉਂ ਇੰਨਾ ਡੇਂਜਰਸ ਹੈ ਕਿ ਉਹ ਫਿਰ ਫਰਦਰ ਕਿਹਨੂੰ ਲੀਡ ਕਰ? ਪੇਸ਼ੈਂਟ ਖੁਦ ਕਲੀਨ ਨਹੀਂ ਕਰ ਸਕਦਾ, ਪਲਾਕ ਨੂੰ ਕਲੀਨ ਕਰ ਸਕਦੇ ਆ ਵਿਥ ਗੁੱਡ ਟਾਈਪ ਆਫ ਬਰਸ਼ਿੰਗ। ਤੁਹਾਡਾ ਪ੍ਰੋਸੈਸ ਕਿੱਦਾਂ ਬਰਸ਼ਿੰਗ ਕਰਨ ਦਾ ਮੈਂ ਤੁਹਾਨੂੰ ਦੱਸੂਗਾ, ਉਹ ਵੀ ਕਿੱਦਾਂ ਕਰਦੀ ਹੈ। ਬਾਕੀ ਫਲੋਸਿੰਗ ਅਗਰ ਪ੍ਰੋਪਰ ਹੈ ਪੇਸ਼ੈਂਟ ਦੀ, ਮਾਊਥ ਵਾਸ਼ ਪ੍ਰੋਪਰ ਕਰ ਲਿਆ, ਰਾਤ ਨੂੰ ਸੌਣ ਲੱਗੇ ਬਰਸ਼ ਪ੍ਰੋਪਰਲੀ ਕਰ ਰਿਹਾ। ਕਈ ਲੋਕ ਫਾਰਮੈਲਿਟੀ ਕਰਦੇ ਆ, ਬਰਸ਼ ਲੈ ਕੇ ਬਸ ਘੁਮਾ ਲਿਆ ਮੂੰਹ 'ਚ, ਬਸ ਹੋ ਗਿਆ ਬਰਸ਼ਿੰਗ ਹੋ ਗਈ, ਠੀਕ ਹੈ, ਲੇਕਿਨ ਇੱਦਾਂ ਨਹੀਂ ਹੈ। ਉਹਦੇ ਲਈ ਤੁਹਾਨੂੰ ਪ੍ਰੋਪਰ ਤੁਹਾਨੂੰ ਜਾਣਨਾ ਚਾਹੀਦਾ ਕਿ ਬਰਸ਼ ਆਪਾਂ ਕਿੱਦਾਂ ਕਰਨਾ, ਠੀਕ ਹੈ। ਚਾਹੇ ਤੁਸੀਂ ਦਿਨ 'ਚ ਚਾਹੇ ਟਾਈਮ ਨਹੀਂ ਮਿਲੇ, ਇੱਕ ਵਾਰੀ ਕੀਤਾ, ਲੇਕਿਨ ਉਹਦੀ ਦਾ ਵੇ ਆਫ ਡੂਇੰਗ ਕਿੱਦਾਂ ਤੁਸੀਂ ਕਰ ਰਹੇ ਹੋ ਉਹ ਜ਼ਿਆਦਾ ਮੈਟਰ ਕਰਦਾ, ਕਿੰਨੀ ਵਾਰ ਕਰ ਰਹੇ ਹੋ that doesn't matter। ਹੋਰ ਫਲੋਸਿੰਗ ਆ, ਮਾਊਥ ਵਾਸ਼ ਆ, ਐਂਡ ਟਾਈਪ ਆਫ ਫੂਡ, ਤੁਸੀਂ ਫੂਡ ਕਿੱਦਾਂ ਦਾ ਖਾਂਦੇ ਹੋ। ਆਪਾਂ ਅਗਰ ਬਹੁਤ ਸਟਿੱਕੀ ਫੂਡ ਖਾਂਦੇ ਆ ਔਰ ਪ੍ਰੋਪਰ ਕਲੀਨ ਨਹੀਂ ਹੋਇਆ, ਸਾਡੇ ਦੰਦਾਂ ਵਿੱਚ ਬਹੁਤ ਟੇਢੀ ਮੇਢੀ ਜਗ੍ਹਾ ਹੁੰਦੀਆਂ, ਗਮਸ ਦੇ ਵਿੱਚ ਇਹੋ ਜਿਹੀ ਜਗ੍ਹਾ ਵੀ ਕਈ ਵਾਰ ਹੁੰਦੀ ਹੈ ਜਿੱਥੇ ਜਾ ਕੇ ਫੂਡ ਸਟਿਕ ਕਰ ਜਾਂਦਾ ਹੈ। ਇਟ ਇਜ਼ ਵੈਰੀ ਡਿਫੀਕਲਟ ਟੂ ਕਲੀਨ ਸਮ ਟਾਈਮ, ਤੇ ਉਹ ਵੀ ਇੱਕ ਕਾਰਨ ਬਣਦਾ ਹੈ ਫਿਊਚਰ 'ਚ ਗਮ ਪ੍ਰੋਬਲਮ ਦਾ। ਅੱਛਾ, ਬਾਕੀ ਗੱਲਾਂ ਵੀ ਮੈਂ ਕਰੂੰਗਾ, ਪਹਿਲਾਂ ਉਸ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਬ੍ਰਸ਼ ਕਿਵੇਂ ਕਰਦੇ ਆ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਨਾ ਕਿ ਬ੍ਰਸ਼ ਦਾ ਸਟਾਈਲ, ਬ੍ਰਸ਼ ਨੂੰ ਕਿੱਦਾਂ ਫੜਨਾ ਹੈ, ਕਿਵੇਂ ਤਰੀਕੇ ਨਾਲ ਕਰਨਾ ਹੈ, ਅਸੀਂ ਉਹ ਦੇਖ ਲੈਂਦੇ ਹਾਂ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਕਿਵੇਂ ਕਰਨਾ। ਹਾਲੇ ਮੇਰਾ ਟ੍ਰੀਟਮੈਂਟ ਵੀ ਹੋਣਾ ਹੈ, ਉਹਨੂੰ ਮੈਂ ਬਾਅਦ ਵਿੱਚ ਕਰਾਂਗਾ। ਬੇਸਿਕਲੀ ਤੁਸੀਂ ਇੱਥੇ ਫੋਕਸ ਕਰੋ, ਰਾਈਟ। ਦੇਖੋ ਜੀ, ਇੱਦਾਂ ਆਪਾਂ ਮੇਨਲੀ ਅਪਰ ਜੋ ਤੇ ਲੋਅਰ ਜੋ, ਠੀਕ ਹੈ, ਪੇਸ਼ੈਂਟ ਦੇ ਆਇਆ ਅਪਰ ਜੋ ਆ ਲੋਅਰ ਜੋ, ਠੀਕ ਹੈ। ਆਪਾਂ ਨਾਰਮਲੀ ਕੀ ਹੈ, ਮੈਂ ਪਹਿਲਾਂ ਜੋ ਕਨਵੀਨੀਅੰਟ ਵੇ ਹੈਗਾ ਲੋਕਾਂ ਦਾ, ਜੋ ਜਿੱਥੇ ਉਹ ਗਲਤੀਆਂ ਕਰਦੇ ਉਹ ਇਹ ਆ ਕਿ ਉਹ ਫੜ ਕੇ ਇਹਨਾਂ ਨੂੰ ਈਜ਼ੀਲੀ, ਕਿਉਂਕਿ ਉਹ ਸੋਚ ਕੁਛ ਹੋ ਰਹਿੰਦੇ ਆਫਿਸ ਇਹ ਉਹ ਸੋਚ ਰਹੇ, ਉਹ ਸਿੱਧਾ ਹੀ ਬਾਈਪਾਸ ਕਰਦੇ ਆ। ਡਾਕਟਰ ਸਾਹਿਬ, ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇਹ ਹੈ ਕਿ ਬ੍ਰਸ਼ ਕਿਵੇਂ ਚੂਜ਼ ਕਰਨਾ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਬ੍ਰਸ਼ ਜਿਹੜਾ ਚੂਜ਼ ਕਰਨਾ, ਇਟ ਸ਼ੁਡ ਨਾਟ ਬੀ, ਸਾਨੂੰ ਇਹ ਦੇਖਣਾ ਪੈਂਦਾ ਕਿ ਕਈ ਪੇਸ਼ੈਂਟ ਤੇ ਜਿਹੜਾ ਐਨਾਮਲ ਆ ਉਹ ਕਾਫੀ ਐਬਰੇਜ਼ਨ ਹੋ ਜਾਂਦਾ, ਘਸ ਜਾਂਦਾ ਹੈ। ਇਟ ਮੇ ਬੀ ਡਿਊ ਟੂ ਸਮ ਐਸਿਡਿਕ ਫੂਡ, ਔਰ ਕਈ ਵਾਰ ਐਸਿਡਿਟੀ ਉਹਨਾਂ ਨੂੰ ਕਾਫੀ ਜ਼ਿਆਦਾ ਹੁੰਦੀ ਹੈ, ਕਈ ਵਾਰ ਉਹਨਾਂ ਨੇ ਬਹੁਤ ਜ਼ਿਆਦਾ ਇਹੋ ਜਿਹੀ ਚੀਜ਼ਾਂ ਖਾਧੀਆਂ ਹੁੰਦੀਆਂ ਜਿਹਦੇ ਕਰਕੇ ਉਹਨਾਂ ਇਰੋਜ਼ਨ ਹੋ ਜਾਂਦਾ ਹੈ, ਕਈ ਵਾਰ ਉਹਨਾਂ ਦੰਦ ਘਸੇ ਹੋਏ ਹੁੰਦੇ ਆ, ਕਈ ਵਾਰ ਰੋਂਗ ਬਰਸ਼ਿੰਗ ਕਰਕੇ ਘਸੇ ਹੁੰਦੇ ਆ, ਅਤੇ ਉਹ ਇੱਕ ਸੈਂਸਿਟਿਵ ਏਰੀਆ ਹੈ, ਸੈਂਸਿਟਿਵ ਕੇਸ ਹੁੰਦੇ ਆ। ਉਹਦੇ ਵਿੱਚ ਆਪਾਂ ਨਾਰਮਲੀ ਐਡਵਾਈਸ ਕਰਦੇ ਹਾਂ ਕਿ ਤੁਸੀਂ ਸੌਫਟ ਤੋਂ ਮੋਡਰੇਟ ਮਾਈਲਡ ਕਰੋ, ਠੀਕ ਹੈ। ਲੇਕਿਨ ਜਿਹੜੇ ਇੱਕ ਹੁੰਦਾ ਹੈ ਕਿ ਹਾਰਡ, ਇੱਕ ਹੁੰਦਾ ਮੀਡੀਅਮ, ਇੱਕ ਹੁੰਦਾ ਸੌਫਟ। ਹੁਣ ਅਗਰ ਸੌਫਟ ਆਪਾਂ ਯੂਜ਼ ਕਰਦੇ ਹਾਂ, ਉਹਦਾ ਐਡਵਾਂਟੇਜ ਤਾਂ ਇਹ ਆ ਕਿ ਚਲੋ ਦੰਦ ਘਸਣਗੇ ਨਹੀਂ, ਲੇਕਿਨ ਪ੍ਰੋਪਰਲੀ ਪਲਾਕ ਨਹੀਂ ਕਲੀਨ ਹੁੰਦਾ। ਅਤੇ ਮੈਂ ਐਡਵਾਈਸ ਹਮੇਸ਼ਾ ਕਰਦਾ ਕਿ ਤੁਸੀਂ ਮੀਡੀਅਮ ਵਾਲਾ ਯੂਜ਼ ਕਰੋ, ਮਤਲਬ ਨਾ ਸਖਤ ਹੋਵੇ ਨਾ ਸਖਤ ਹੋਵੇ, ਬਹੁਤ ਜ਼ਿਆਦਾ ਨਰਮ ਵੀ ਨਾ ਹੋਵੇ। ਹੁਣ ਪੇਸ਼ੈਂਟ ਬਹੁਤ ਜ਼ਿਆਦਾ ਸੈਂਸਿਟਿਵ ਹੈ, ਉਹਨਾਂ ਨੂੰ ਕਈ ਵਾਰ ਆਪਾਂ ਜਦ ਤੱਕ ਟ੍ਰੀਟਮੈਂਟ ਚੱਲ ਰਿਹਾ ਸੌਫਟ ਦਿੰਦੇ ਹਾਂ, ਜਦੋਂ ਗਮਸ ਹੈਲਦੀ ਹੋ ਗਏ ਔਰ ਠੀਕ ਹੋ ਗਏ ਉਹਨਾਂ ਦੇ, ਸਾਰਾ ਟ੍ਰੀਟਮੈਂਟ ਪ੍ਰੋਪਰ ਹੋ ਗਿਆ, ਫਿਰ ਆਪਾਂ ਕਹਿੰਦੇ ਕਿ ਤੁਸੀਂ ਹੁਣ ਮੀਡੀਅਮ 'ਚ ਆ ਜਾਓ।
ਇਹ ਮਾਰਕੀਟ 'ਚ ਆਰਾਮ ਨਾਲ ਮਿਲ ਜਾਂਦੇ ਬ੍ਰਸ਼? ਬਿਲਕੁਲ ਮਿਲਦੇ ਆ। ਕਿਵੇਂ ਕਹਿਣਾ ਪਊਗਾ? ਤੁਸੀਂ ਸਭ ਤੋਂ ਪਹਿਲੀ ਗੱਲ ਕਿ ਕੋਈ ਵੀ ਚੂਜ਼ ਨਹੀਂ ਕਰਨਾ ਬ੍ਰਸ਼ ਕਿ ਕਿਤੇ ਵੀ ਚੱਕ ਲਿਆ ਆਪਾਂ, ਉਹਦੇ ਵਾਸਤੇ ਬ੍ਰਾਂਡ ਜ਼ਰੂਰ ਦੇਖੋ, ਅੱਛਾ ਬ੍ਰਾਂਡ ਹੋਣਾ ਚਾਹੀਦਾ। ਉਹਦੇ ਵਿੱਚ ਦੇਖੋ ਕਿ ਉਹਦੇ ਇਹ ਸੌਫਟ ਆ ਕਿ ਇਹ ਤੁਹਾਡਾ ਮੀਡੀਅਮ ਆ ਕਿ ਹਾਰਡ ਆ। ਹਾਰਡ ਨਹੀਂ ਯੂਜ਼ ਕਰਨਾ। ਬ੍ਰਸ਼ ਦੇ ਨਾਲ ਨਾਲ ਜ਼ਰੂਰੀ ਇਹ ਵੀ ਹੁੰਦਾ ਕਿ ਤੁਸੀਂ ਪੇਸਟ ਕਿਹੜਾ ਯੂਜ਼ ਕਰ ਰਹੇ ਹੋ। paste should be very smooth, it should not be abrasive ਮਤਲਬ ਕਿ ਤੁਸੀਂ ਸਿੰਪਲ ਵੇ ਤਰੀਕਾ ਹੁੰਦਾ ਕਿ ਤੁਸੀਂ ਕਈ ਪੇਸਟ ਹੁੰਦੇ ਜਿਹਦੇ ਵਿੱਚ ਥੋੜੇ ਗ੍ਰੈਨੂਲਸ ਵਗੈਰਾ ਪਾ ਕੇ ਦਿੰਦੇ ਆ ਉਹ ਲੋਕ, ਤਾਂ ਕਿ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਾਂ ਬਰਸ਼ ਕਰਦੇ ਆ ਸਾਡੇ ਦੰਦ ਉਹਦੇ ਨਾਲ ਜ਼ਿਆਦਾ ਜਲਦੀ ਘਸਦੇ ਆ। ਉਹ ਕਲੇਮ ਕਰਦੇ ਕਿ ਤੁਹਾਡੇ ਵਾਈਟ ਹੋਣਗੇ, ਲੇਕਿਨ ਵਾਈਟ ਹੋਣ ਦੇ ਨਾਲ ਦੰਦ ਸਾਡੀ ਐਨਾਮਲ ਜਿਹੜੀ ਇੰਪੋਰਟੈਂਟ ਲੇਅਰ ਹੈ ਉਹ ਤੁਹਾਡੀ ਘਸ ਰਹੀ ਆ। ਉਹਦਾ ਸਿੰਪਲ ਤਰੀਕਾ ਹੈ ਤੁਸੀਂ ਥੰਬ ਐਂਡ ਇੰਡੈਕਸ ਫਿੰਗਰ ਵਿੱਚ ਲੈ ਕੇ ਪੇਸਟ ਨੂੰ ਤੁਸੀਂ ਹਲਕਾ ਜਿਹਾ ਰਬ ਕਰਨਾ ਹੈ। ਅਗਰ ਤੁਹਾਨੂੰ ਉਹਦੇ ਵਿੱਚ ਸੈਂਡ ਲਾਈਕ ਸਟਰਕਚਰ ਆ ਰਿਹਾ ਹੈ, ਸੈਂਡ ਲਾਈਕ ਰੇਤਾ ਟਾਈਪ ਤੁਹਾਨੂੰ ਕੁਛ ਆ ਰਿਹਾ ਤੇ ਦੈਟ ਸ਼ੁਡ ਨਾਟ ਯੂਜ਼। ਠੀਕ ਹੈ, ਵਨਸ ਇਨ ਅ ਵਾਈਲ ਕਰ ਲਿਆ, ਕੋਈ ਨੁਕਸਾਨ ਨਹੀਂ, ਲੇਕਿਨ ਰੋਜ਼ ਉਹਦਾ ਦਾ ਅਗਰ ਪੇਸਟ ਕਰੋਗੇ ਤੇ ਬਰਸ਼ ਦੇ ਨਾਲ ਨਾਲ ਪੇਸਟ ਵੀ ਵੈਰੀ ਇੰਪੋਰਟੈਂਟ। ਔਰ ਦੈਟ ਸ਼ੁਡ ਬੀ ਵੈਰੀ ਸਮੂਥ, ਉਹ ਤੁਹਾਡਾ ਐਬਰੇਜ ਨਹੀਂ ਹੋ ਰਹੀ ਉਹਦੇ ਨਾਲ। ਦੈਨ ਆਈ ਕਮ ਟੂ ਨਾਓ ਦਾ ਵੇ ਆਫ ਬਰਸ਼ਿੰਗ। ਠੀਕ ਹੈ, ਫਸਟ ਤੁਹਾਡਾ ਜਿਹੜਾ ਥੰਬ ਹੈਗਾ always it should be placed over here, ਇਹਨੂੰ ਪ੍ਰੋਪਰ ਗ੍ਰਿਪ ਕਰਨਾ ਹੈ। ਹੋਰ ਜਿਹੜੀ ਐਕਚੁਅਲ ਪ੍ਰੋਸੈਸ ਹੈ ਬਰਸ਼ਿੰਗ ਦਾ ਉਹਦੇ ਵਿੱਚ ਰਿਸਟ ਮੂਵਮੈਂਟ ਦਾ ਬਹੁਤ ਵੱਡਾ ਰੋਲ ਹੈ। ਠੀਕ ਹੈ, ਤੇ ਇਸ ਕਰਕੇ ਰਿਸਟ ਕੋਈ ਹਿਲਾਉਣਾ ਨਹੀਂ ਚਾਹੁੰਦਾ, ਸਿੱਧਾ ਕਰਦੇ। ਉਹਦਾ ਨੁਕਸਾਨ ਕੀ ਆ, ਜਦੋਂ ਆਪਾਂ ਇਹਦਾ ਬਰਸ਼ ਕਰਦੇ ਆ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਜਿਹੜੇ ਦੋ ਦੰਦਾਂ ਦੇ ਵਿੱਚ ਖਾਣਾ ਫਸਿਆ ਹੋਇਆ ਹੈ ਉਹ ਬਾਈਪਾਸ ਹੋ ਜਾਂਦਾ, ਹੋਰ ਆਪਾਂ ਸਿੱਧਾ ਆਪਾਂ ਦੰਦ ਵੀ ਘਸਾ ਰਹੇ ਹਾਂ, ਹੋਰ ਸਾਡਾ ਜਿਹੜੀ ਫੂਡ ਲੌਜਮੈਂਟ ਹੈ ਉੱਥੇ ਹੀ ਫਸਿਆ ਹੋਇਆ ਹੈ। ਠੀਕ ਹੈ, ਆਪਾਂ ਦਾ ਰੀਅਲ ਐਕਚੁਅਲ ਜਿਹੜਾ ਸਾਡਾ ਹੋਣਾ ਚਾਹੀਦਾ ਤਰੀਕਾ, ਇਟ ਸ਼ੁੱਡ ਬੀ ਕਮ ਫਰੋਮ ਦਾ ਗਮਸ ਟੂਵਰਡ ਡਾਊਨ, ਅਪ ਟੂਵਰਡ ਡਾਊਨ। ਇਹਦਾ ਫਾਇਦਾ ਇਹ ਆ ਕਿ ਜਦੋਂ ਆਪਾਂ 45 ਡਿਗਰੀ 'ਚ ਲੈ ਕੇ ਆਉਂਦੇ ਹਾਂ ਔਰ ਇੱਦਾਂ ਕਰਕੇ ਬਰਸ਼ ਨੂੰ ਕਲੀਨ ਕਰਦੇ ਹਾਂ, ਮੰਨ ਲਓ ਇਹ ਅੱਪਰ ਆ, ਠੀਕ ਹੈ, ਆਪਾਂ ਉੱਤੋਂ ਲਿਆ ਕੇ ਇੱਦਾਂ ਕਰਕੇ ਕਲੀਨ ਕਰ ਰਹੇ ਹਾਂ। ਇਹਦਾ ਫਾਇਦਾ ਇਹ ਆ ਕਿ ਆਪਾਂ ਇੱਕ ਤਾਂ ਗਮ ਮਸਾਜ ਕਰ ਰਹੇ ਹਾਂ, ਠੀਕ ਹੈ, ਗਮ ਦੀ ਮਸਾਜ ਹੋ ਗਈ, ਔਰ ਜਦੋਂ ਆਪਾਂ ਥੱਲੇ ਲੈ ਕੇ ਆਉਂਦੇ ਹਾਂ ਤੇ ਦੋ ਦੰਦਾਂ ਦੇ ਵਿੱਚ ਜਿਹੜਾ ਖਾਣਾ ਫਸਿਆ ਉਹ ਕਲੀਨ ਹੋ ਜਾਂਦਾ ਹੈ। ਅਗਰ ਆਪਾਂ ਉਹਨੂੰ ਇੱਦਾਂ ਕਰਕੇ ਕਰਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਖਾਣਾ ਉੱਥੇ ਹੀ ਫਸਿਆ ਰਹਿ ਜਾਂਦਾ ਹੈ, ਹੋਰ ਸਾਡਾ ਇੱਕ ਜਸਟ ਫਾਰਮੈਲਿਟੀ ਹੋ ਗਈ। ਹੁਣ ਦਾ ਮੋਸਟ ਇੰਪੋਰਟੈਂਟ ਇਜ਼ ਆਪਾਂ ਸਾਰੇ ਦੰਦਾਂ ਨੂੰ ਕਿੱਦਾਂ ਕੈਟੇਗਰਾਈਜ਼ ਕਰਨਾ ਕਿ ਕਿੱਥੇ ਕਿੱਦਾਂ ਕਰਨਾ। ਇਹਨੂੰ ਆਪਾਂ ਨਾਰਮਲੀ ਮੰਨਿਆ ਲੈ ਕੇ ਚੱਲਦੇ ਆਪਾਂ ਕਿ 8 ਸਰਫੇਸਿਸ ਹੁੰਦੀਆਂ। ਠੀਕ ਹੈ, ਦਿਸ ਇਜ਼ ਨੰਬਰ 1 ਜੀ, ਆਹ ਵਾਲਾ ਪੋਰਸ਼ਨ ਨੰਬਰ 1, this is number 2, right, this is number 3, this is number 3, this is number 4, this is number 6, this is number 7, this is 8, right। ਆ ਚੀਜ਼ ਬਹੁਤ ਜ਼ਰੂਰੀ ਆ ਕਲੀਨ ਕਰਨੀ। ਆਪਾਂ ਥੰਬ ਨੂੰ ਪਹਿਲਾਂ ਇੱਥੇ ਫੜਿਆ ਸੀਗਾ, ਹੁਣ ਆਪਾਂ ਆਪੋਜ਼ਿਟ ਫੜਿਆ, ਉਹਦੇ ਨਾਲ ਸਾਡਾ ਆ ਏਰੀਆ ਪ੍ਰੋਪਰ ਕਲੀਨ ਹੋ ਜਾਂਦਾ ਹੈ। ਠੀਕ ਹੈ, ਆ ਸਾਡੀ ਸਰਫੇਸਿਸ ਬਹੁਤ ਜ਼ਰੂਰੀ ਆ, ਆ ਵਾਲੀ ਸਰਫੇਸਿਸ। ਠੀਕ ਹੈ, 1 2 3 4 5 6 7 8, ਠੀਕ ਹੈ, 8 ਸਰਫੇਸ। ਉੱਦਾਂ ਹੀ ਥੱਲੇ, ਹੁਣ ਥੱਲੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਦੇਣਾ ਹੁੰਦਾ ਹੈ ਕਿਉਂਕਿ ਸਾਡਾ ਜਿਹੜਾ ਆ ਨਿਚਲੇ ਦੰਦਾਂ ਦਾ ਆ ਏਰੀਆ ਹੈਗਾ ਜਿੱਥੇ ਸਾਡੇ ਫਰੰਟ ਦੇ ਦੰਦ ਹੁੰਦੇ ਆ, ਇੱਥੇ ਸਾਡੀਆਂ ਥੁੱਕ ਦੀਆਂ ਜਿਹੜੀਆਂ ਜਿਹੜੇ ਡਕਟ ਆ ਜਿੱਥੋਂ ਥੁੱਕ ਆਉਂਦਾ ਇਹ ਨਿਕਲਦਾ, ਹੋਰ ਸਾਡੇ ਥੁੱਕ ਵਿੱਚ ਬਹੁਤ ਸਾਰੇ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਆ ਚੀਜ਼ਾਂ ਹੁੰਦੀਆਂ, ਜਿਹੜਾ ਕਿ ਅਗਰ ਉਹਨੂੰ ਪ੍ਰੋਪਰ ਕਲੀਨ ਨਹੀਂ ਕੀਤਾ ਜਾਵੇ ਤਾਂ ਉਹੀ ਕੱਲ ਕਰੇੜਾ ਬਣਦਾ ਹੈ, ਉਹ ਕੈਲਸੀਫਿਕੇਸ਼ਨ ਸ਼ੁਰੂ ਹੋ ਜਾਂਦੀ ਉਹਦੀ, ਅਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਥੇ ਕਰੇੜਾ ਜੰਮਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਸ ਏਰੀਆ ਨੂੰ ਕਲੀਨ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਆ, ਥੰਬ ਨੂੰ ਵੈਸੇ ਹੀ ਉਲਟਾ ਫੜਨਾ ਇਹਨੂੰ, ਔਰ ਇਹਨੂੰ ਇੱਦਾਂ ਕਲੀਨ ਕਰਨਾ। ਠੀਕ ਹੈ, ਦਿਸ ਨੰਬਰ 1, ਠੀਕ ਹੈ, ਨੰਬਰ 2 3, ਉਹ ਉੱਪਰੋਂ ਥੱਲੇ ਸੀਗਾ, ਇਹ ਥੱਲੋਂ ਉੱਪਰੋਂ। ਠੀਕ ਹੈ, ਇਹ ਵੀ ਆਪਾਂ ਗਮ ਮਸਾਜ ਕਰ ਰਹੇ ਹਾਂ, ਇੱਧਰੋਂ ਵੀ ਗਮ ਮਸਾਜ ਕਰ ਰਹੇ ਹਾਂ, ਇੱਧਰੋਂ ਵੀ ਕਰ ਰਹੇ ਹਾਂ ਗਮ ਮਸਾਜ, ਇੱਧਰੋਂ ਵੀ ਕਰ ਰਹੇ ਹਾਂ, ਆ ਵੀ ਕਰ ਰਹੇ, ਆ ਵੀ ਕੀਤਾ। ਅਗੇਨ 1 2 3 4 5 6 7 8, ਇਹ 8 ਸਰਫੇਸ ਹਮੇਸ਼ਾ ਯਾਦ ਰੱਖੋਗੇ ਤੇ ਤੁਹਾਡਾ ਆਪਣੇ ਆਪ ਬਰਸ਼ ਉੱਥੇ ਜਾਊਗਾ। ਉਹ ਜਦੋਂ ਆਪਾਂ ਕਰਨਾ ਹੈ ਆ ਰਿਸਟ ਮੂਵਮੈਂਟ ਇੱਦਾਂ ਦੀ ਹੋਣੀ ਚਾਹੀਦੀ ਆ ਉੱਪਰੋਂ, ਕਿਉਂ ਆ ਤੁਹਾਡਾ ਬਰਸ਼ 45 ਡਿਗਰੀ 'ਚ ਇੱਦਾਂ ਘੁੰਮ ਰਿਹਾ, ਲੇਕਿਨ ਇਹ ਥੋੜ੍ਹੀ ਜਿਹੀ ਪ੍ਰੈਕਟਿਸ ਦੀ ਲੋੜ ਹੈ।
ਅਗਰ ਪ੍ਰੋਪਰ ਤੁਸੀਂ ਡਿਵੋਟਡ ਹੋ ਚੀਜ਼ ਨੂੰ, ਹੋਰ ਜਦੋਂ ਵੀ ਬ੍ਰਸ਼ ਕਰਨਾ ਤੁਸੀਂ ਮਿਰਰ ਦੇ ਅੱਗੇ ਖੜੇ ਹੋ ਕੇ ਕਰਨਾ, ਤਾਂ ਕਿ ਤੁਹਾਡੀ ਰਿਸਟ ਮੂਵਮੈਂਟ ਹੋਰ ਤੁਹਾਡਾ ਸਾਰੀ ਮੂਵਮੈਂਟ ਤੁਹਾਨੂੰ ਪਤਾ ਲੱਗਦੀ ਰਹੇ। ਠੀਕ ਹੈ। ਬੈਡ ਸਮੈਲ ਕਈ ਵਾਰੀ ਬਹੁਤ ਮਾਊਥ 'ਚ ਆਉਂਦੀ ਹੈ। ਬੈਡ ਸਮੈਲ ਦਾ ਰੀਜ਼ਨ ਕੀ ਹੁੰਦਾ? ਇਹ ਕੋਈ ਮੇਜਰ ਜਿਹੜਾ ਕਹਿ ਲਈਏ ਕਿ ਮੈਡੀਕਲ ਰੀਜ਼ਨ ਹੁੰਦਾ ਆ, ਜਾਂ ਫਿਰ ਇਹ ਤੁਹਾਡੇ ਦੰਦ ਕਲੀਨ ਨਹੀਂ ਹੈਗੇ ਤਾਂ ਹੁੰਦਾ ਆ? ਬੈਡ ਸਮੈਲ ਨੂੰ ਆਪਾਂ ਦੋ ਹਿੱਸਿਆਂ 'ਚ ਕੈਟੇਗਰਾਈਜ਼ ਕਰਦੇ ਹਾਂ। ਇੱਕ ਹੁੰਦਾ ਲੋਕਲ, ਇੱਕ ਹੁੰਦਾ ਸਿਸਟਮਿਕ। ਲੋਕਲ ਵਿੱਚ ਕੀ ਆ, ਤੁਹਾਡੀ ਗਮ ਪ੍ਰੋਬਲਮ ਆ, ਤੁਹਾਡੇ ਗਮਸ ਲੂਜ਼ ਆ, ਉੱਥੇ ਬਲੀਡਿੰਗ ਆ। ਬਲੀਡਿੰਗ ਜਦੋਂ ਵੀ ਹੁੰਦੀ ਆ, ਉਹਦੇ ਜਿਹੜੇ ਛੋਟੇ ਛੋਟੇ ਕਲੌਟਸ ਹੁੰਦੇ ਆ, ਉਹਦੀ ਇੱਕ ਬੈਡ ਸਮੈਲ ਹੁੰਦੀ ਹੈ। ਫੂਡ ਲੌਜਮੈਂਟ ਹੈ, ਤੁਹਾਡੇ ਮੂੰਹ ਵਿੱਚ ਪ੍ਰੋਪਰ ਕਲੀਨ ਨਹੀਂ ਹੋਇਆ, ਕਿਉਂਕਿ ਗਮ ਲੂਜ਼ ਆ, ਉੱਤੇ ਖਾਣਾ ਫਸਿਆ ਹੋਇਆ ਹੈ, ਉਹ ਤੁਹਾਡੇ ਬਲੀਡਿੰਗ ਹੋ ਰਹੀ ਹੈ। ਜਿਹੜੀ ਬਲੀਡਿੰਗ ਨੂੰ ਅਗਰ ਤੁਸੀਂ ਪ੍ਰੋਪਰਲੀ ਜਿੰਜਵਾਈਟਿਸ ਜਿਹਨੂੰ ਕਹਿੰਦੇ ਆਪਾਂ, ਪਾਇਰੀਆ ਜਿਹਨੂੰ ਕਹਿੰਦੇ ਆਪਾਂ, ਅਗਰ ਉਹਨੂੰ ਟਰੀਟ ਨਹੀਂ ਕੀਤਾ, ਉਹ ਡਿਟੋਰੀਏਟ ਹੋ ਕੇ ਪੈਰੀਓਡੋਨਟਾਈਟਿਸ 'ਚ ਚਲਾ ਗਿਆ, ਮਤਲਬ ਗਮ ਤੋਂ ਲੈ ਕੇ ਬੋਨ ਲੈਵਲ 'ਚ ਚਲਾ ਗਿਆ, ਉੱਥੇ ਪਸ ਜੰਮ ਰਹੀ ਆ, ਬਲੀਡਿੰਗ ਹੋ ਰਹੀ ਆ। ਇਹ ਜਿੰਨੇ ਵੀ ਫੂਲ ਸਮੈਲਿੰਗ ਆ। ਹੋਰ ਬਾਕੀ ਆ ਤੁਹਾਡੇ ਦੰਦਾਂ 'ਚ ਕੈਵਿਟੀਜ਼ ਆ, ਕੈਵਿਟੀਜ਼ ਵਿੱਚ ਖਾਣਾ ਫਸਿਆ, ਉਹੀ ਸੜ ਰਿਹਾ। ਠੀਕ ਹੈ, ਉਹ ਕਲੀਨ ਨਹੀਂ ਹੋ ਰਿਹਾ, ਕਿਉਂਕਿ ਕੈਵਿਟੀ ਬਣੀ ਹੋਈ ਹੈ। ਕੈਵਿਟੀ ਦੇ ਅੰਦਰ ਫੂਡ ਇੱਕਦਮ ਪ੍ਰੋਪਰਲੀ ਜਦੋਂ ਤੁਸੀਂ ਮੈਸਟੀਕੇਸ਼ਨ ਕੀਤੀ ਆ, ਫੂਡ ਚਬਾਇਆ, ਉਹ ਇੱਕਦਮ ਪੈਕ ਹੋ ਗਿਆ ਅੰਦਰ ਕੈਵਿਟੀਜ਼ ਦੇ ਅੰਦਰ। ਹੁਣ ਉਹ ਕਲੀਨ ਕਰਨਾ ਮੁਸ਼ਕਿਲ ਆ ਅਨਪ੍ਰੋਫੈਸ਼ਨਲੀ, ਅਤੇ ਉਹਨੇ ਸੜਨਾ ਖਾਣੇ ਨੇ, ਔਰ ਉੱਥੋਂ ਉਹਦੀ ਫੁੱਲ ਸਮੈਲਿੰਗ ਆਉਂਦੀ ਆ। ਇਹ ਜਿਹੜੀ ਛੋਟੇ ਮੋਟੇ ਕਾਰਨ ਹੈਗੇ ਲੋਕਲ ਹੈਗੇ। ਸਿਸਟਮਿਕ ਵਿੱਚ ਆ ਗਿਆ ਕਿ ਪੇਸ਼ੈਂਟ ਬਹੁਤ ਜ਼ਿਆਦਾ ਜਿਹਨੂੰ ਐਸੀਡਿਟੀ ਰਹਿੰਦੀ ਆ, ਔਰ ਉਹਦੇ ਅੰਦਰ ਇੱਕ ਫੁੱਲ ਸਮੈਲਿੰਗ ਉਹਦੇ ਬ੍ਰੈਥ ਵਿੱਚ ਹੀ ਆਉਂਦੀ ਹੈ। ਠੀਕ ਹੈ ਨਾ, ਅਤੇ ਉਹ ਵੀ ਇੱਕ ਕਾਰਨ ਹੈਗਾ। ਹੋਰ ਬਹੁਤ ਸਾਰੀ ਮੈਡੀਸਿਨਸ ਹੁੰਦੀਆਂ ਕਈ, ਜਿਨ੍ਹਾਂ ਦੇ ਅਗਰ ਪੇਸ਼ੈਂਟ ਅਗਰ ਰੈਗੂਲਰ ਯੂਜ਼ ਕਰਦਾ, ਉਹਦੇ ਕਰਕੇ ਵੀ ਹੋ ਸਕਦਾ ਹੈ। ਇੱਕ ਹੁੰਦਾ ਹੈ ਕਿ ਅਗਰ ਤੁਹਾਡਾ ਸਿਸਟਮਿਕ ਵਿੱਚ ਆਉਂਦਾ ਕਿ ਅਗਰ ਤੁਹਾਡਾ ਜਿਹੜਾ ਸਲਾਈਵਾ ਬਹੁਤ ਥਿੱਕ ਆ, ਬਹੁਤ ਥਿੱਕ ਆ, ਇਟ ਸ਼ੁੱਡ ਬੀ, ਹਾਂ ਸਲਾਈਵਾ ਬਹੁਤ ਥਿੱਕ ਆ, ਉਹਨਾਂ ਦੇ ਵੀ ਫੁੱਲ ਸਮੈਲਿੰਗ ਬਹੁਤ ਹੁੰਦੀ ਆ। ਔਰ ਕਈਆਂ ਦਾ ਡਿਊ ਟੂ ਸਮ ਰੇਡੀਏਸ਼ਨ ਜਾਂ ਮੈਡੀਕੇਸ਼ਨ ਜਾਂ ਡਿਊ ਟੂ ਏਜ, ਅਗਰ ਸਲਾਈਵਾ ਬਣਨਾ ਬੰਦ ਹੋ ਗਿਆ ਹੈ, ਅਤੇ ਸਲਾਈਵਾ ਇਜ਼ ਇੱਕ ਕਿਸਮ ਦੀ ਸਾਡੀ ਮੈਡੀਸਿਨ ਆ, ਜਿਹੜਾ ਕਿ ਬੈਕਟੀਰੀਆ ਦੇ ਗਰੋਥ ਨੂੰ ਰੋਕਦਾ ਹੈ। ਇਹ ਬੈਕਟੀਰੀਆ ਨੂੰ ਉਹਨੂੰ ਕੰਟਰੋਲ ਕਰਕੇ ਰੱਖਦਾ ਹੈ, ਬੈਕਟੀਰੀਓਸਟੇਟਿਕ ਹੁੰਦਾ ਹੈ। ਅਤੇ ਅਗਰ ਸਲਾਈਵਾ ਦੀ ਕਮੀ ਵਿੱਚ ਅਗਰ ਕਿਸੇ ਦਾ ਸਲਾਈਵਾ ਬਣਨਾ ਹੀ ਬੰਦ ਹੋ ਗਿਆ ਡਿਊ ਟੂ ਸਮ ਰੀਜ਼ਨ, ਅਤੇ ਉਹਦੇ ਮੂੰਹ 'ਚ ਵੀ ਫੁੱਲ ਸਮੈਲਿੰਗ ਬਹੁਤ ਹੋਏਗੀ, ਕਿਉਂਕਿ ਬੈਕਟੀਰੀਆ ਬਹੁਤ ਜਲਦੀ ਫੈਲਦਾ ਜਿੱਥੇ ਸਲਾਈਵਾ ਨਾ ਹੋਵੇ ਜਾਂ ਬਹੁਤ ਜ਼ਿਆਦਾ ਥਿੱਕ ਹੋਵੇ। ਅੱਛਾ, ਤੁਸੀਂ ਸਲਾਈਵਾ ਦੀ ਗੱਲ ਹੀ ਕੀਤੀ ਹੈ, ਅਤੇ ਅੱਜ ਕੱਲ੍ਹ ਨਾ ਇੱਕ ਟਿਪਸ ਮੈਂ ਦੇਖਦਾ ਸੀ ਇੰਟਰਨੈਟ ਦੇ ਉੱਤੇ ਬਹੁਤ ਵਾਇਰਲ ਹੁੰਦੇ ਰਹਿੰਦੇ ਟਿਪਸ, ਕਿ ਜੇ ਤੁਸੀਂ ਅਰਲੀ ਮਾਰਨਿੰਗ ਉੱਠਦੇ ਹੋ ਤਾਂ ਤੁਹਾਡੇ ਮੂੰਹ 'ਚ ਬੜੇ ਚੰਗੇ ਸਲਾਈਵਾ ਹੁੰਦੇ ਆ, ਅਤੇ ਯੂ ਸ਼ੁੱਡ ਟੇਕ ਅ ਵਾਰਮ ਵਾਟਰ ਵਿਦਾਊਟ ਬਰਸ਼। ਇਹ ਯੂਜ਼ਫੁਲ ਹੁੰਦਾ? ਇਹਦੇ ਲਈ ਜ਼ਰੂਰੀ ਕਿ ਰਾਤ ਨੂੰ ਬਰਸ਼ਿੰਗ ਕਰਕੇ ਸੁੱਤੇ ਹੋ ਤੁਸੀਂ, ਦੈਟ ਇਜ਼ ਗੁੱਡ ਆਈਡੀਆ। ਐਕਚੁਅਲੀ ਉਹਦੇ ਵਿੱਚ ਬਹੁਤ ਸਾਰੇ ਇੰਜਾਈਮਸ ਹੁੰਦੇ ਆ ਜਿਹੜੇ ਸਾਡੇ ਡਾਈਜੈਸ਼ਨ ਵਾਸਤੇ ਚੰਗੇ ਹੁੰਦੇ ਆ। ਤਾਂ ਆਈ ਪ੍ਰੈਫਰ ਕਿ ਅਗਰ ਤੁਸੀਂ ਸਵੇਰੇ ਉੱਠ ਕੇ ਸਿੱਧਾ ਬਰਸ਼ ਨਹੀਂ ਕਰਕੇ, ਅਗਰ ਰਾਤੀ ਬਰਸ਼ ਕਰ ਚੁੱਕੇ ਹੋ, ਤਾਂ ਸਵੇਰ ਦਾ ਜਿਹੜਾ ਸਲਾਈਵਾ ਦੈਟ ਇਜ਼ ਵੈਰੀ ਗੁੱਡ ਫॉर योर ਹੈਲਥ। ਠੀਕ ਹੈ, ਅਗਰ ਰਾਤੀ ਬਰਸ਼ ਨਹੀਂ ਕੀਤਾ ਹੋਇਆ ਤਾਂ ਉਹ ਕੰਟਾਮੀਨੇਸ਼ਨ ਹੋ ਸਕਦਾ ਹੈ। ਤਾਂ ਇਫ ਯੂ ਹੈਵ ਬਰਸ਼ ਨਾਈਟ ਐਟ, ਤੁਸੀਂ ਪ੍ਰੋਪਰ ਵੇ ਨਾਲ ਬਰਸ਼ ਕੀਤਾ ਹੋਇਆ, ਕੋਈ ਫੂਡ ਲੌਜਮੈਂਟ ਜਾਂ ਫਲੋਸਿੰਗ ਕੀਤੀ ਹੋਈ ਆ, ਮਾਊਥ ਵਾਸ਼ ਕੀਤਾ ਹੋਇਆ, ਰਾਤ ਭਰ ਦਾ ਜਿਹੜਾ ਸਲੈਬ ਹੁੰਦਾ ਇਟਸ ਗੁੱਡ ਫॉर ਹੈਲਥ ਓਬਵੀਅਸਲੀ। ਅੱਛਾ, ਉਹ 'ਚ ਐਂਜ਼ਾਈਮ ਹੁੰਦੇ ਆ, ਤੁਸੀਂ ਕਰ ਸਕਦੇ ਹੋ, ਕਿਉਂਕਿ ਉਹਦੇ ਨਾਲ ਫਿਰ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ। ਹਾਂਜੀ, ਹੋਰ ਕੀ ਫਾਇਦੇ ਨੇ ਉਹਦੇ? ਦੇਖੋ ਉਹਦੇ ਵਿੱਚ ਜਿਹੜਾ ਉਹ ਜਿਹੜਾ ਹੁੰਦਾ ਉਹਦੇ ਵਿੱਚ ਤੁਹਾਡਾ ਕੋਈ ਕਿਉਂਕਿ ਤੁਸੀਂ ਫੂਡ ਲੌਜਮੈਂਟ ਨਹੀਂ ਹੈ, ਤੁਹਾਡਾ ਨੈਚੁਰਲ ਸਲਾਈਵਾ ਹੈ। ਹੋਰ ਅਗਰ ਤੁਸੀਂ ਉਹਦੇ ਨਾਲ ਸਿੱਧਾ ਪਾਣੀ ਪੀਂਦੇ ਹੋ, ਤੁਹਾਡੇ ਫਸਟ ਦਾ ਡਾਈਜੈਸ਼ਨ ਵਾਸਤੇ ਚੰਗਾ ਹੈ, ਐਂਡ ਇਟ ਇਜ਼ ਨਾਟ ਗੋਇੰਗ ਟੂ ਹਾਰਮ ਯੋਰ ਟੀਥ ਐਂਡ ਗਮ। ਉਹਦੇ ਨਾਲ ਠੀਕ ਰਹਿੰਦੇ। ਬਿਲਕੁਲ। ਅੱਛਾ ਡਾਕਟਰ ਸਾਹਿਬ, ਅੱਜ ਕੱਲ੍ਹ ਆਇਲ ਪੁਲਿੰਗ, ਮਤਲਬ ਮੂੰਹ ਦੇ ਵਿੱਚ ਇੱਕ ਚਮਚਾ ਆਇਲ ਦਾ ਪਾ ਕੇ ਉਹਦੀਆਂ ਕਰੂਲੀਆਂ ਵੀ ਕੀਤੀਆਂ ਜਾਂਦੀਆਂ ਨੇ ਸਵੇਰੇ ਸਵੇਰੇ, ਉਹ ਕੀ ਕਾਰਨ ਹੁੰਦਾ? ਹਾਂ, ਬਹੁਤ ਸਾਰੇ ਪ੍ਰੋਡਕਟਸ ਹੈਗੇ ਇੱਦਾਂ ਦੇ ਵਿੱਚ ਕਈ ਕਰਦੇ ਹੈਗੇ ਆ, ਓਜ਼ੋਨ ਵਾਲਾ ਕਰਦੇ ਆ। ਓਜ਼ੋਨ ਵਿੱਚ ਓਜ਼ੋਨ ਆਇਲ ਹੁੰਦਾ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਤੁਸੀਂ ਉਹ ਨੋਰਮਲ ਟਿਸ਼ੂ ਦੇ ਕੰਟੈਕਟ ਵਿੱਚ ਆਉਂਦਾ, ਉਹਦੇ ਵਿੱਚ ਆਕਸੀਜਨ ਲਿਬਰੇਟ ਕਰਦੀ ਹੈ। ਠੀਕ ਹੈ, ਅਤੇ ਆਕਸੀਜਨ ਇਜ਼ ਆਲਵੇਜ਼ ਗੁੱਡ, ਨੈਸੈਂਟ ਆਕਸੀਜਨ ਜਿਹਨੂੰ ਕਹਿੰਦੇ, ਫਰੈਸ਼ ਆਕਸੀਜਨ ਜਿਹੜੀ ਨਿਕਲਦੀ ਹੈ, ਇਟਸ ਗੁੱਡ ਫॉर योर ਗਮਸ ਐਂਡ ਆਲ, ਦੈਟਸ ਵਾਈ ਉਹਨੂੰ ਕਈ ਲੋਕ ਕਰਦੇ ਆ। ਬਟ ਇਹ ਸਭ ਚੀਜ਼ਾਂ ਠੀਕ ਉਹ ਜ਼ਰੂਰੀ ਹੈ, ਲੇਕਿਨ 6 ਮੰਥ ਵਿੱਚ ਚੈੱਕਅਪ ਬਹੁਤ ਜ਼ਰੂਰੀ ਆ, ਕਿ ਅਗਰ ਕਿਤੇ ਟਰੀਟਮੈਂਟ ਦੀ ਲੋੜ ਆ, ਯੂ ਕੈਨ ਨਾਟ ਬੀ ਕੰਪਨਸੇਟਡ ਵਿਦ ਦਿਸ ਟਾਈਮ ਕਾਈਂਡ ਆਫ ਹੋਮ ਰੈਮੇਡੀਜ਼। ਹਾਂ। ਅੱਛਾ, ਬਹੁਤ ਸਾਰੇ ਹੋਰ ਸਵਾਲ ਵੀ ਨੇ, ਤੋਂ ਪਹਿਲਾਂ ਮੈਨੂੰ ਲੱਗਦਾ ਕਿ ਮੈਂ ਵੀ ਆਪਣਾ ਟਰੀਟਮੈਂਟ ਕਰਾ ਲਵਾਂ ਤਾਂ ਜੋ ਮੇਰੀ ਅਪਾਇੰਟਮੈਂਟ ਕਿਸੇ ਹੋਰ ਨੂੰ ਨਾ ਮਿਲ ਜਾਵੇ। ਫਿਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸਵਾਲ ਨੇ ਡਾਕਟਰ ਸਾਹਿਬ ਤੋਂ ਪੁੱਛਾਂਗੇ ਅਸੀਂ।
ਮੇਰੀ ਸਕੇਲਿੰਗ ਹੋ ਚੁੱਕੀ ਹੈ, ਕਲੀਨਜ਼ਿੰਗ ਹੋ ਚੁੱਕੀ ਹੈ ਦੰਦਾਂ ਦੀ, ਥੋੜਾ ਬੈਟਰ ਫੀਲ ਵੀ ਕਰ ਰਿਹਾ। ਤੇ ਡਾਕਟਰ ਸਾਹਿਬ ਦੁਬਾਰਾ ਮੇਰੇ ਨਾਲ ਨੇ। ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਸੀ ਕਿ ਖੂਨ ਨਿਕਲਦਾ ਆ, ਬਹੁਤ ਵਾਰੀ ਇੱਦਾਂ ਹੁੰਦਾ ਕਿ ਅਸੀਂ ਨਾ ਇਗਨੋਰ ਕਰ ਦਿੰਦੇ ਆ, ਘਰੇਲੂ ਨੁਸਖੇ ਲੈ ਕੇ ਫਿਰ ਛੱਡ ਦਿੰਦੇ ਆ। ਤੁਸੀਂ ਜਿੱਦਾਂ ਕਿਹਾ ਜੀ, ਜੇ ਤਾਂ ਰਿਵਰਸਿਬਲ ਸਟੇਜ ਹੈ ਤੇ ਇਹ ਹੋ ਸਕਦੀ ਟਰੀਟ। ਅੱਛਾ, ਵੱਧਦੀ ਕਦੋਂ ਆ, ਤੇ ਜੇ ਵੱਧ ਜਾਵੇ ਤੇ ਫਿਰ ਕੀ ਕੀ ਹੋ ਸਕਦਾ ਹੈ? ਇਹਨੂੰ ਵੀ ਆਪਾਂ ਤਿੰਨ ਸਟੇਜ 'ਚ ਡਿਵਾਈਡ ਕਰਦੇ। ਮਾਈਲਡ ਵਿੱਚ ਤਾਂ ਬਹੁਤ ਹੀ ਮਤਲਬ ਕਈ ਵਾਰ ਘਰੇਲੂ ਛੋਟੇ ਮੋਟੇ ਇਲਾਜ ਨਾਲ ਵੀ ਠੀਕ ਹੋ ਜਾਂਦਾ ਹੈ, ਅੱਛੀ ਬਰਸ਼ਿੰਗ ਨਾਲ ਵੀ ਠੀਕ ਹੋ ਜਾਂਦਾ ਚਾਹੀਏ। ਲੇਕਿਨ ਅਗਰ ਮਾਈਲਡ ਟੂ ਮੋਡਰੇਟ ਦੇ ਵਿੱਚ ਆ ਤੇ ਤੁਹਾਡੀ ਸਕੇਲਿੰਗ ਹੋਰ ਪ੍ਰੋਪਰ ਕੇਅਰ, ਡਾਕਟਰ ਦੀ ਪ੍ਰੀਕਾਸ਼ਨ ਜੋ ਉਹ ਕਹਿੰਦੇ ਲੈਣ ਨੂੰ, ਹੋਰ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਬਹੁਤ ਜ਼ਰੂਰੀ ਹੈ। ਹੋਰ ਇਹਦੇ ਵਿੱਚ ਅਗਰ ਉਹ ਸੀਵੀਅਰ ਸਟੇਜ 'ਚ ਪਹੁੰਚ ਚੁੱਕਿਆ, ਪੇਸ਼ੈਂਟ ਆ ਹੀ ਨਹੀਂ ਰਿਹਾ, ਪੇਸ਼ੈਂਟ ਹੁਣ ਉਹਦੀ ਬਲੀਡਿੰਗ ਹੋ ਰਹੀ ਆ, ਪਸ ਆ ਰਹੀ ਆ, ਗਮ ਵਿੱਚੋਂ ਸਭ ਕੁਝ ਹਿੱਲਣ ਲੱਗ ਪਿਆ, ਦੰਦ ਧੀਰੇ ਧੀਰੇ, ਕਿਉਂਕਿ ਉਹ ਜਿਹੜਾ ਵੀ ਮੈਂ ਤੁਹਾਨੂੰ ਕਿਹਾ ਨਾ, ਉਹ ਕਰੇੜਾ ਜਿਹੜਾ ਹੁੰਦਾ ਹੈ, ਦੇ ਐਕਟ ਲਾਈਕ ਏ ਸੈਪਰੇਟਿੰਗ ਮੀਡੀਆ, ਮਤਲਬ ਕਿ ਉਹਨਾਂ ਦਾ ਮੇਨ ਕੰਮ ਹੁੰਦਾ ਬੈਕਟੀਰੀਆ ਇਨਵੇਡ ਇਨਸਾਈਡ ਦਾ ਗਮਸ, ਉਹ ਅੰਦਰ ਨੂੰ ਜਾਂਦਾ ਹੈ। ਔਰ ਉਹਨਾਂ ਦਾ ਮੇਨ ਕੰਮ ਹੁੰਦਾ ਕਿ ਆਪਾਂ ਜਿੰਨਾ ਅੰਦਰ ਜਾ ਸਕੀਏ ਤਾਂ ਕਿ ਉਹ ਵਾਸ਼ ਆਊਟ ਨਾ ਹੋ ਸਕਣ। ਅਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗਮਸ ਧੀਰੇ ਧੀਰੇ ਪਹਿਲਾਂ ਇਫੈਕਟ ਹੁੰਦੇ ਆ, ਫਿਰ ਤੁਹਾਡਾ ਤੁਹਾਡੇ ਬੋਨ ਆ ਗਈ, ਕਿਉਂਕਿ ਤੁਹਾਡੇ ਗਮਸ ਦੇ ਅੰਦਰ ਬੋਨ ਆ। ਹੁਣ ਸਾਡੇ ਜਿਹੜੇ ਤੀਥ ਹੈਗੇ ਆ, ਸਾਡੇ ਜਿਹੜੇ ਦੰਦ ਹੈਗੇ ਆ, ਉਹਨਾਂ ਨੂੰ ਦੋ ਸਟਰਕਚਰਾਂ ਨੇ ਮੇਨ ਗ੍ਰਿਪ ਕੀਤਾ ਹੋਇਆ। ਇੱਕ ਜਿਹੜੀ ਮੇਨ ਹੈਗਾ ਉਹ ਬੋਨ ਹੈਗੀ ਆ, ਫਿਰ ਹੈਗੇ ਗਮਸ ਹੈਗੇ ਆ। ਅਤੇ ਪਹਿਲਾਂ ਤਾਂ ਸਟੇਜ ਗਮਸ ਦਾ ਆਇਆ, ਗਮਸ ਆਪਾਂ ਧਿਆਨ ਨਹੀਂ ਦਿੱਤਾ, ਧੀਰੇ ਧੀਰੇ ਬੋਨ ਲੈਵਲ ਤੱਕ ਚਲਾ ਗਿਆ। ਬੋਨ ਲੈਵਲ ਜਦੋਂ ਬੋਨ ਗਲਣੀ ਸ਼ੁਰੂ ਹੋ ਗਈ ਆ, ਉੱਥੇ ਇਨਫਲਾਮੇਸ਼ਨ ਪਹੁੰਚ ਗਿਆ, ਉਸ ਕੰਡੀਸ਼ਨ ਨੂੰ ਪੈਰੀਡੋਨਟਾਈਟਿਸ ਕਹਿੰਦੇ ਆਪਾਂ। ਉਹ ਸੀਵੀਅਰ ਕੰਡੀਸ਼ਨ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਕਿ ਸਾਡੀ ਜਿਹੜੀ ਮੇਨ ਫਾਊਂਡੇਸ਼ਨ ਹੈਗੀ ਆ ਰੂਟਸ ਦੀ, ਉਹ ਰਿਜ਼ੋਰਪਸ਼ਨ ਦੇ ਬਾਅਦ ਉਹ ਦੰਦ ਹਿੱਲਣ ਲੱਗ ਪੈਂਦੇ ਆ। ਉਹ ਕੰਡੀਸ਼ਨ ਵਿੱਚ ਕਈ ਵਾਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇੱਕ ਟਰੀਟਮੈਂਟ ਹੁੰਦਾ ਫਲੈਪ ਸਰਜਰੀ, ਇਸ ਸਰਜੀਕਲ ਪ੍ਰੋਸੈਸ। ਉਹਦੇ ਵਿੱਚ ਆਪਾਂ ਗਮਸ ਨੂੰ ਇਨਸੀਜਨ ਕਰਕੇ ਫਲੈਪ ਪੂਰਾ ਚੱਕ ਕੇ, ਜਿੰਨੀ ਅੰਦਰੋਂ ਗੰਦਗੀ, ਕਿਉਂਕਿ ਉੱਤਰੋਂ ਸਾਫ਼ ਨਹੀਂ ਹੋ ਸਕਦੀ ਕਿਉਂਕਿ ਬਹੁਤ ਰੂਟ ਲੈਵਲ ਤੱਕ ਪਹੁੰਚ ਚੁੱਕੀ ਹੈ। ਅਤੇ ਸਕੈਲਿੰਗ ਜਿਹੜਾ ਕਿ ਗਮ ਲੈਵਲ ਤੱਕ ਹੈ, ਉਹ ਤੁਹਾਡੀ ਸਕੈਲਿੰਗ ਨਾਲ ਜਿੱਦਾਂ ਤੁਹਾਡਾ ਸੀਗਾ, ਉਹ ਉਹ ਤੁਹਾਡਾ ਜਿੰਜਾਵਲ ਲੈਵਲ ਤੱਕ ਸੀਗਾ, ਮਸੂੜੇ ਲੈਵਲ ਤੱਕ ਸੀ, ਉਹ ਕਲੀਨ ਹੋ ਗਿਆ। ਲੇਕਿਨ ਅਗਰ ਸਪੋਜ਼ ਕਰੋ ਬਿਲਕੁਲ ਰੂਟ ਲੈਵਲ ਤੱਕ ਹੋਰ ਉੱਥੋਂ ਤੱਕ ਪਹੁੰਚ ਗਿਆ, ਬੋਨ ਲੈਵਲ ਤੱਕ ਪਹੁੰਚ ਗਿਆ, ਉਹ ਤੁਹਾਡੀ ਨੀਡਲ ਇੰਨੀ ਦੂਰ ਤੱਕ ਲੈ ਜਾ ਨਹੀਂ ਸਕਦੇ। ਫਿਰ ਸਾਨੂੰ ਸਾਰਾ ਦਾ ਸਾਰਾ ਮਸੂੜੇ ਚੱਕਣੇ ਪੈਂਦੇ ਆ। ਮਸੂੜੇ ਚੱਕ ਕੇ ਆਪਾਂ ਸਾਰਾ ਅੰਦਰੋਂ ਵਿਜ਼ੀਬਲ ਦੇਖਦੇ ਹਾਂ ਕਿ ਕਿੱਥੋਂ ਤੱਕ ਲੋਸ ਹੋਇਆ, ਉਹਨੂੰ ਕਲੀਨ ਕਰਦੇ ਹਾਂ। ਫਿਰ ਆਪਾਂ ਡੈਮੇਜ ਦੇਖਦੇ ਹਾਂ ਕਿ ਬੋਨ ਦਾ ਕਿੰਨਾ ਡੈਮੇਜ ਹੋਇਆ। ਫਿਰ ਬੋਨ ਨੂੰ ਕਈ ਵਾਰ ਆਪਾਂ ਰਿਪੇਅਰ ਕਰਨੀ ਪੈਂਦੀ ਹੈ, ਜਿਹਨੂੰ ਬੋਨ ਗ੍ਰਾਫਟਿੰਗ ਕਹਿੰਦੇ। ਬੋਨ ਗ੍ਰਾਫਟਿੰਗ ਉਹਦੇ ਵਿੱਚ ਬਹੁਤ ਸਾਰੇ ਪ੍ਰੋਸੀਜਰ ਹੁੰਦੇ ਆ। ਕਈ ਵਾਰ ਸੌਫਟ ਟਿਸ਼ੂ ਵੀ ਸਾਨੂੰ ਗ੍ਰਾਫਟ ਕਰਨਾ ਪੈਂਦਾ, ਕਈ ਵਾਰ ਹਾਰਡ ਟਿਸ਼ੂ ਗ੍ਰਾਫਟ ਕਰਨਾ ਪੈਂਦਾ। ਇਹ ਸਾਰਾ ਕੁਝ ਗ੍ਰਾਫਟਿੰਗ ਕਰਕੇ ਆਪਾਂ ਫਿਰ ਵਾਪਸ ਸੂਚਰ ਰੱਖ ਕੇ ਆਪਾਂ ਐਕਸਪੈਕਟ ਕਰਦੇ ਹਾਂ ਕਿ ਬੋਨ ਦੁਬਾਰਾ ਗਰੋ ਹੋ ਜਾਏ, ਕਿਉਂਕਿ ਵੀ ਰਿਮੂਵ ਦਾ ਕਾਜ਼ ਆਫ ਦਾ ਇਨਫੈਕਸ਼ਨ। ਲੇਕਿਨ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੈਡਿਕਟੇਬਲ ਕਈ ਵਾਰ ਨਹੀਂ ਵੀ ਹੁੰਦਾ। ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ। ਪੇਸ਼ੈਂਟ ਡਾਇਬੀਟਿਕ ਆ, ਪੇਸ਼ੈਂਟ ਹਾਈਪਰਟੈਂਸ਼ਨ, ਪੇਸ਼ੈਂਟ ਕੁਛ ਕੇਅਰ ਨਹੀਂ ਕਰ ਰਿਹਾ, ਪੋਸਟ ਆਪਰੇਟਿਵ ਕੇਅਰ ਨਹੀਂ ਕਰ ਰਿਹਾ, ਸਮੋਕਿੰਗ ਕਰ ਰਿਹਾ, ਜਾਂ ਹੈ ਜੀ ਕੁਛ ਚੀਜ਼ਾਂ ਉਹਦੇ ਬੈਡ ਹੈਬਿਟਸ ਆ। ਪੋਸਟ ਆਪਰੇਟਿਵ ਕੇਅਰ ਅਗਰ ਨਹੀਂ ਹੈਗੀ, ਫਿਰ ਵੀ ਕਿਤੇ ਜਾ ਕੇ ਉਹ ਫੇਲ ਹੋ ਸਕਦਾ ਹੈ। ਲੇਕਿਨ ਮੈਂ ਕਹਿੰਦਾ ਇੱਥੋਂ ਤੱਕ ਪਹੁੰਚਣ ਦੀ ਲੋੜ ਹੀ ਕੀ ਹੈ, ਅਗਰ ਆਪਾਂ ਪਹਿਲਾਂ ਹੀ ਫਸਟ ਸਟੇਜ ਜੇ ਅਗਰ ਥੋੜ੍ਹਾ ਜਿਹਾ, ਜਿੱਦਾਂ ਤੁਸੀਂ ਕਹੀ ਐਪਲ ਦਿਸ ਇਜ਼ ਫਸਟ ਸਾਈਨ, ਠੀਕ ਹੈ, ਤੁਸੀਂ ਬਰਸ਼ ਕਰ ਰਹੇ ਹੋ, ਬਲੀਡਿੰਗ ਹੋ ਰਹੀ ਆ, ਠੀਕ ਹੈ, ਤੁਸੀਂ ਕੋਈ ਵੀ ਇਹੋ ਚੀਜ਼ ਖਾਂਦੇ ਹੋ, ਤੁਹਾਡੇ ਮੂੰਹ ਤੋਂ ਸਮੈਲ ਆ ਰਹੀ ਆ, ਬੈਡ ਹੈਲੀਟੋਸਿਸ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਇਹ ਜਿਹੜੀ ਚੀਜ਼ਾਂ ਅਗਰ ਤੁਸੀਂ ਫਸਟ ਹੀ ਅਗਰ ਤੁਸੀਂ ਕਿਤੇ ਰੋਕ ਲਓ ਤਾਂ ਆਹ ਡਿਟੋਰੇਸ਼ਨ ਹੋਏਗਾ ਹੀ ਨਹੀਂ। ਅੱਛਾ, ਹੁਣ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਟਿਪਸ ਜਿਹੜੇ ਹੁੰਦੇ ਨਾ, ਕਈ ਹੁੰਦੇ ਵੀ ਟਿਪਸ ਹੁੰਦੇ ਤੁਸੀਂ ਦੰਦਾਂ ਦੀ ਜੇ ਸੰਭਾਲ ਕਰਨੀ ਹੈ ਤੇ ਆਹ ਟਿਪਸ ਵਰਤ ਲਓ, ਜਾਂਦੇ ਜਾਂਦੇ ਦੇਖਣ ਵਾਲਿਆਂ ਨੂੰ ਇਹ ਟਿਪਸ ਦੱਸ ਦਿਓ। ਹਾਂ, ਮੈਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਐਸਿਡਿਕ ਫੂਡ ਤੋਂ ਥੋੜ੍ਹਾ ਜਿਹਾ ਦੂਰ ਰਹੋ। ਐਸਿਡ ਫੂਡ ਮੈਂ ਨਹੀਂ ਕਹਿੰਦਾ ਕਿ ਐਸਿਡਿਕ ਫੂਡ ਨਹੀਂ, ਕਈ ਲੋਕਾਂ ਨੂੰ ਉਹ ਵਾਲਾ ਖਾਂਦੇ ਆ, ਜਿੱਦਾਂ ਨਿੰਬੂ ਪਾਣੀ ਪੀਂਦੇ ਆ, ਲੈਮਨ ਵਾਟਰ ਲੈਂਦੇ ਆ। ਅਤੇ ਹੋਰ ਤੁਸੀਂ ਇੱਦਾਂ ਦਾ ਕੋਈ ਵੀ ਜੂਸ, ਸਾਈਟਰਸ ਜੂਸ ਅਗਰ ਲੈ ਰਹੇ ਹੋ, ਮੈਂ ਇਹ ਨਹੀਂ ਕਹਿੰਦਾ ਨਾ ਲਓ, ਲੇਕਿਨ ਯੂ ਟੇਕ ਏ ਸਟਰੋ ਦੇ ਨਾਲ ਤੁਸੀਂ ਉਹਨੂੰ ਇਸ ਤਰੀਕੇ ਨਾਲ ਪੀਓ ਕਿ ਵਿਦਾਊਟ ਟੱਚਿੰਗ ਯੋਰ ਟੀਥ ਉਹ ਸਿੱਧਾ ਚੱਲ ਜਾਏ, ਕਿਉਂਕਿ ਐਸਿਡ ਜਿਹੜਾ ਹੁੰਦਾ ਸਾਡੇ ਐਨਾਮਲਸ ਨੂੰ ਧੀਰੇ ਧੀਰੇ ਖੋਰਦਾ ਹੈ। ਅਤੇ ਉਹ ਚੀਜ਼ ਜਿਹੜੀ ਚੀਜ਼ ਉਹਨੂੰ ਬਚਾ ਸਕਦੇ ਹਾਂ। ਪਲੱਸ ਇੱਕ ਐਪਲ ਜਿਹਨੂੰ ਮੈਂ ਕਹਿੰਦਾ, ਤੁਸੀਂ ਐਪਲ ਗੱਲ ਹੀ ਸ਼ੁਰੂਆਤ ਐਪਲ ਤੋਂ ਕੀਤੀ ਸੀਗੀ। ਐਪਲ ਇੱਕ ਗਮਸ ਦੀ ਚਲੋ ਚੈਕਿੰਗ ਹੋ ਗਈ, ਲੇਕਿਨ ਉਹਦੇ ਐਪਲ ਵਿੱਚ ਇਹੋ ਜਿਹੇ ਜੈਮਸ ਹੁੰਦੇ ਆ, ਇਹੋ ਜਿਹੇ ਸਾਡੇ ਵਾਸਤੇ ਚੰਗੀ ਚੀਜ਼ਾਂ ਹੁੰਦੀਆਂ ਉਹਦੇ ਵਿੱਚ, ਕਿ ਉਹਦੇ ਜਿਹੜਾ ਜੂਸ ਹੁੰਦਾ ਹੈ ਉਹ ਅਗਰ ਆਪਾਂ ਬਾਈਟ ਕਰਦੇ ਉਹਦਾ ਕੋਟਿੰਗ ਲੱਗ ਜਾਂਦੀ ਹੈ ਸਾਡੇ ਦੰਦਾਂ ਦੇ ਉੱਤੇ, ਅਤੇ ਉਹ ਕੋਟਿੰਗ ਜਿਹੜੀ ਹੈ ਐਂਟੀ ਕੇਰੀਜ਼ ਹੁੰਦੀ ਆ, ਮਤਲਬ ਉਹਦੇ ਨਾਲ ਕੀੜਾ ਲੱਗਣ ਦੀ ਜਿਹੜੀ ਉਹ ਚੀਜ਼ ਆ
ਬਹੁਤ ਘਟ ਜਾਂਦੀ ਆ। ਔਰ ਬੱਚਿਆਂ ਨੂੰ ਖਾਸ ਕਰਕੇ ਬਹੁਤ ਸਾਰੇ ਪੈਰੈਂਟਸ ਮੇਰੇ ਅੱਗੇ ਕਹਿੰਦੇ ਕਿ ਬੱਚਿਆਂ ਨੂੰ ਚਾਕਲੇਟਸ ਨਹੀਂ ਦਿੰਦੇ, ਆਪਾਂ ਨਹੀਂ ਕਰਦੇ। ਮੈਂ ਕਹਿੰਦਾ ਚਾਕਲੇਟਸ ਦਿਓ, ਬਿਲਕੁਲ ਦਿਓ, ਲੇਕਿਨ ਉਹਨਾਂ ਨੂੰ ਇੱਕ ਛੋਟਾ ਜਿਹਾ ਲਾਲਚ ਦਿਓ ਕਿ ਬੇਟਾ ਇਹਦੇ ਬਾਅਦ ਤੁਹਾਨੂੰ ਇੱਕ ਐਪਲ ਖਾਣਾ ਹੈ ਔਰ ਇੰਨੀ ਕੁ ਗਾਜਰ ਖਾਣੀ ਹੈ, ਇੰਨਾ ਕੁ ਮੂਲੀ ਖਾਣੀ ਹੈ। ਉਹਦੇ ਨਾਲ ਕੀ ਹੁੰਦਾ ਕਿ ਇਹ ਜਿੰਨੇ ਵੀ ਸਾਡੇ ਵੈਜੀਟੇਬਲਸ ਆ ਰॉ ਜਿਹੜੀ ਕੱਚੀਆਂ ਹੈ, ਇਹ ਦੋ ਤਰ੍ਹਾਂ ਨਾਲ ਕੰਮ ਕਰਦੀਆਂ। ਇੱਕ ਇਹਨਾਂ ਦੇ ਨੈਚੁਰਲ ਫਲੋਸਿੰਗ ਹੋ ਜਾਂਦੀ ਹੈ, ਜਿਹੜੇ ਕਲੀਨਜ਼ਿੰਗ ਹੋ ਜਾਂਦੀ ਆ ਜਿਹਨੂੰ ਕਹਿੰਦੇ ਆ। ਅਤੇ ਦੂਜੀ ਗੱਲ ਇਹ ਕਿ ਕਿਤੇ ਵੀ ਕੁਛ ਚੀਜ਼ ਫਸੀ ਆ, ਚਾਕਲੇਟ ਚੁਕਲੇਟ ਦਾ ਕੋਈ ਵੀ ਚੀਜ਼ ਫਸੀ ਆ, ਉਹ ਕਲੀਨ ਪ੍ਰੋਪਰਲੀ ਹੋ ਜਾਂਦੀ ਆ। ਔਰ ਇਹਦੇ ਜਿਹੜੇ ਇੰਜਾਈਮਸ ਹੁੰਦੇ, ਜਿਹੜੇ ਇਹਦੇ ਜੂਸਸ ਹੁੰਦੇ ਆ, ਇਹ ਸਾਡੇ ਦੰਦਾਂ ਨੂੰ ਕੈਰੀਜ਼ ਤੋਂ ਬਚਾਉਂਦੇ ਆ। ਇਹ ਛੋਟੇ ਜਿਹੇ ਟਿਪਸ ਜਿਹੜੇ ਆ ਤੁਸੀਂ ਵਰਤ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਇੰਨੀ ਯੂਸਫੁਲ ਜਾਣਕਾਰੀ ਦੇਣ ਦੇ ਲਈ। ਔਰ ਉਮੀਦ ਹੈ ਕਿ ਅੱਗੇ ਵੀ ਕੋਈ ਜੇ ਸਾਡੇ ਕੋਲ ਕੁਐਰੀ ਆਉਂਦੀ ਆ ਤਾਂ ਅਸੀਂ ਡੈਫੀਨੇਟਲੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ਮੋਸਟ ਵੈਲਕਮ, ਥੈਂਕ ਯੂ ਸੋ ਮਚ। ਅੱਛਾ, ਬਹੁਤ ਸਾਰੀਆਂ ਕਹਾਵਤਾਂ ਆ, ਕਹਿੰਦੇ ਕਿ ਦੰਦ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਕਹਿੰਦੇ ਨੇ ਨਹੀਂ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤੇ ਸਵਾਦ ਗਿਆ। ਸੋ ਕਿਉਂ ਸਵਾਦ ਗਵਾਉਣਾ ਆ? ਅਸੀਂ ਅਰਲੀ ਸਟੇਜ ਦੇ ਉੱਤੇ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਕਾਬਜ਼ ਕਰ ਲੈਂਦੇ? ਸੋ ਧਿਆਨ ਰੱਖੋ, ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ। ਬਰਸ਼ ਕਰਨਾ ਇੱਕ ਛੋਟਾ ਜਿਹਾ ਕੰਮ ਹੈ ਔਰ ਸਹੀ ਤਰੀਕੇ ਦੇ ਨਾਲ ਬਰਸ਼ ਕਰਾਂਗੇ ਤੇ ਮੇਰੇ ਵਾਂਗੂ ਤੁਹਾਨੂੰ ਸਕੇਲਿੰਗ ਦੀ ਜ਼ਰੂਰਤ ਵੀ ਨਹੀਂ ਪੈਣੀ। ਮੈਂ ਜਤਿੰਦਰ ਸਿੰਘ ਖਹਿਰਾ, ਕੈਮਰਾਮੈਨ ਅਭੀ ਦੇ ਨਾਲ, ਜਲੰਧਰ ਤੋਂ।